ਕਾਨੂੰਨ ਜਿਹੜਾ ਆ ਉਹ ਨਾਮ ਦਾ ਰਹਿ ਗਿਆ। ਜਿਹੜੇ ਕਾਨੂੰਨ ਨੂੰ ਬਣਾਉਣ ਵਾਲੇ ਨੇ ਸਭ ਤੋਂ ਪਹਿਲਾਂ ਕਾਨੂੰਨ ਨੂੰ ਉਹੀ ਲੋਕ ਤੋੜਦੇ ਨੇ। ਕਾਨੂੰਨ ਅੱਛਾ ਹੈ ਕਿ ਇੰਪਲੀਮੈਂਟੇਸ਼ਨ ਅੱਛੀ ਨਹੀਂ ਹੈ। ਪੋਲੀਟੀਕਲ ਪਾਰਟੀਜ਼ ਹੈਗੇ, ਨੇਤਾ ਹੈਗੇ, ਇਹਨਾਂ ਦੀ ਹਿੱਸੇਦਾਰੀ ਸਕੂਲਾਂ ਦੇ ਵਿੱਚ ਬਹੁਤ ਜ਼ਿਆਦਾ ਹੈਗੀ ਹੈ। ਕੀ ਤੁਹਾਨੂੰ ਲੱਗਦਾ ਇਹ ਸੱਚ ਹੈ? ਸਾਡਾ ਬੱਚਾ ਕਰੋਨਾ ਪੋਜ਼ੀਟਿਵ ਹੋ ਜਾਂਦਾ, ਉਹਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਘਟਨਾਕ੍ਰਮ ਵਾਪਰ ਜਾਂਦਾ ਤੇ ਅਸੀਂ ਜ਼ਿੰਮੇਵਾਰ ਆ ਕਿ ਜਦ ਤੱਕ ਕਰੋਨਾ ਖਤਮ ਨਹੀਂ ਹੋ ਜਾਂਦਾ ਤਦ ਤੱਕ ਪੰਜਾਬ ਦੇ ਸਕੂਲ ਨਹੀਂ ਖੁੱਲ੍ਹਣਗੇ। ਇਹ ਸਾਡੇ ਮਾਨਯੋਗ ਪੰਜਾਬ ਦੇ ਸਿੱਖਿਆ ਮੰਤਰੀ ਦੇ ਬਿਆਨ ਸੀ ਔਰ ਬਾਰ-ਬਾਰ ਆਉਂਦੇ ਸੀ। ਉਹਨਾਂ ਨੂੰ ਇਮੋਸ਼ਨਲੀ ਬਲੈਕਮੇਲ ਕਰਕੇ ਸਕੂਲ ਫੀਸਾਂ ਏਠਣ ਦੀ ਪੂਰੀ ਪੁਰਜੋਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦੋਂ ਸਕੂਲ ਇਸ ਤਰ੍ਹਾਂ ਦੀ ਹਰਕਤ ਕਰਦਾ ਹੋਏਗਾ ਤੇ ਉਹ ਪ੍ਰੂਫ ਵੀ ਤਾਂ ਮਿਟਾਏਗਾ ਨਾ। ਦੇਖੋ ਜੀ, ਹਰਜਾਨਾ ਇਸ ਤਰ੍ਹਾਂ ਹੈ ਕਿ ਮੈਨੂੰ ਧਮਕੀਆਂ ਆਉਂਦੀਆਂ ਨੇ, ਰੈਗੂਲਰ ਬੇਸਿਸ 'ਤੇ ਆਉਂਦੀਆਂ ਨੇ। ਵੈਲਕਮ ਨਿਊਜ਼ 24 ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਇੱਕ ਪਾਸੇ ਜਿੱਥੇ ਸਕੂਲ ਦੇ ਐਡਮਿਨਿਸਟ੍ਰੇਸ਼ਨ ਮਾਪਿਆਂ ਨੂੰ ਪਰੇਸ਼ਾਨ ਕਰ ਰਹੀ ਹੈ ਫੀਸਾਂ ਨੂੰ ਲੈ ਕੇ, ਦੂਜੇ ਪਾਸੇ ਇੱਕ ਇਹੋ ਜਿਹੇ ਸ਼ਖਸ ਨੇ ਜਿਹੜੇ ਕਿ ਮਾਪੇ ਦੀ ਆਵਾਜ਼ ਬਣ ਕੇ, ਪੇਰੈਂਟਸ ਦੀ ਆਵਾਜ਼ ਬਣ ਕੇ ਸਰਕਾਰ ਤੱਕ ਪਹੁੰਚਾ ਰਹੇ ਨੇ ਤਾਂ ਕਿ ਕੁਝ ਬੱਚਿਆਂ ਦੇ ਮਾਪੇ ਲਈ ਕੀਤਾ ਜਾ ਸਕੇ ਜਿਹੜੇ ਕਿ ਫੀਸਾਂ ਨੂੰ ਲੈ ਕੇ ਬਹੁਤ ਜ਼ਿਆਦਾ ਪਰੇਸ਼ਾਨ ਨੇ। ਆਓ ਕਮਲਦੀਪ ਸਿੰਘ ਜੀ ਨੂੰ ਮਿਲਦੇ ਹਾਂ ਸਾਂਝਾ ਪੰਜਾਬ ਸਾਂਝੀ ਆਵਾਜ਼ ਤੋਂ। ਸਤਿ ਸ਼੍ਰੀ ਅਕਾਲ ਕਮਲਦੀਪ ਜੀ। ਸਤਿ ਸ਼੍ਰੀ ਅਕਾਲ ਜੀ। ਕਮਲਦੀਪ ਜੀ, ਸ਼ੁਰੂਆਤ ਦੇ ਵਿੱਚ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਦਰਸ਼ਕਾਂ ਨੂੰ ਸਾਡੇ ਆਪਣੇ ਪਿਛੋਕੜ ਬਾਰੇ ਜ਼ਰੂਰ ਦੱਸੋ। ਬਿਲਕੁਲ ਜੀ, ਧੰਨਵਾਦ ਆ ਵੈਲਕਮ ਨਿਊਜ਼ 24 ਦਾ। ਸੋ ਮੈਂ ਇੱਕ ਪੇਂਡੂ ਖੇਤੇ ਨੂੰ ਬਿਲੋਂਗ ਕਰਦਾ, ਅੰਮ੍ਰਿਤਸਰ ਡਿਸਟ੍ਰਿਕਟ ਨੂੰ ਜੀ। ਮੇਰੀ ਪੜ੍ਹਾਈ ਤਕਰੀਬਨ ਇੱਕ ਪਿੰਡ ਦੀ ਹੈ, ਸਰਕਾਰੀ ਸਕੂਲ ਦਾ ਪੜ੍ਹਿਆ ਹੋਇਆ ਬੱਚਾ ਮੈਂ। ਅਤੇ ਜਿਹੜੀ ਮੇਰੀ ਗ੍ਰੈਜੂਏਸ਼ਨ ਹੈ ਉਹ ਖਾਲਸਾ ਕਾਲਜ ਜਲੰਧਰ ਦੀ ਹੈ। ਅਤੇ ਤਕਰੀਬਨ ਮੈਂ ਪ੍ਰਾਈਵੇਟ ਸੈਕਟਰ ਦੇ ਵਿੱਚ ਜੋਬ ਕਰਦਾ ਹਾਂ ਐਂਡ 2009 ਦੇ ਵਿੱਚ ਮੈਂ ਜੋਬ ਛੱਡੀ ਐਂਡ ਆਫਟਰ ਦੈਟ ਤਕਰੀਬਨ ਮੈਂ ਸੋਸ਼ਲ ਵਰਕ ਦੇ ਵਿੱਚ ਹੀ ਯੂਜ਼ ਕਰ ਰਿਹਾ ਆਪਣੇ ਆਪ ਨੂੰ। ਉਹ ਇਸ ਕਰਕੇ ਕਿਉਂਕਿ ਜਦੋਂ ਮੈਂ ਪੜ੍ਹਦਾ ਸੀਗਾ ਮੇਰੇ ਫਾਦਰ ਸਾਹਿਬ ਮਤਲਬ ਆਪਾਂ ਕਹਿ ਦਈਏ ਵੀ ਉਸ ਟਾਈਮ ਇਨਫਲੇਸ਼ਨ ਜਿਹੜੀ ਪੈਸੇ ਦੀ ਸੀ ਇੰਨਾ ਨਹੀਂ ਸੀ, ਬੜਾ ਔਖਾ ਸੀਗਾ ਉਹਨਾਂ ਨੂੰ ਵੀ ਮਤਲਬ ਜਿਹੜੀ ਫੀਸਿਸ ਪੇ ਕਰਨਾ। ਤਾਂ ਮੈਨੂੰ ਲੱਗਦਾ ਸੀਗਾ ਵੀ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦੇ ਲਈ ਦੇਖਣ ਦੀ ਲੋੜ ਹੈ। ਉਸੇ ਚੀਜ਼ ਨੂੰ ਦੇਖਦਿਆਂ ਹੋਇਆਂ ਮਤਲਬ ਐਜੂਕੇਸ਼ਨ ਸੈਗਮੈਂਟ ਮੇਰੇ ਲਈ ਇਹ ਸੀਗਾ ਕਿਉਂਕਿ ਜੇ ਐਜੂਕੇਸ਼ਨ ਹੋਏਗੀ ਕਿਸੇ ਦੇ ਕੋਲ ਤਾਂ ਉਹ ਆਪਣੇ ਰਾਈਟਸ ਬਾਰੇ ਗੱਲ ਕਰ ਸਕਦਾ। ਕਿਸੇ ਵੀ ਖਿੱਤੇ ਦੇ ਵਿੱਚ ਅੱਗੇ ਵਧਣਾ ਆ, ਕੰਮ ਕਰਨਾ ਕੋਈ ਵੀ ਹੈ, ਚਾਹੇ ਬਿਜ਼ਨਸ ਹੈ ਚਾਹੇ ਕੁਛ ਵੀ ਹੈ, ਅਤੇ ਉਹਦੇ ਲਈ ਉਹ ਐਜੂਕੇਸ਼ਨ ਹੋਣਾ ਬਹੁਤ ਜ਼ਰੂਰੀ ਹੈ। ਐਂਡ ਐਜੂਕੇਸ਼ਨ ਦੇ ਵਿੱਚ ਨਿਗਾਰ ਦਿਨ ਬਰ ਦਿਨ ਆ ਰਿਹਾ ਸੀਗਾ ਐਂਡ ਪ੍ਰਾਈਵੇਟਾਈਜੇਸ਼ਨ ਦਾ ਜਿਹੜਾ ਦਬਦਬਾ ਸੀ ਉਹ ਵੱਧ ਰਿਹਾ ਸੀਗਾ ਜੀ। ਸੋ ਇਸ ਚੀਜ਼ ਨੂੰ ਸਾਰੇ ਨੂੰ ਲੈ ਕੇ ਮਤਲਬ ਮੈਂ ਇੱਕ ਵਿਸ਼ਾ ਐਜੂਕੇਸ਼ਨ ਚੁਣਿਆ ਕਿਉਂਕਿ ਸਾਡੇ ਦੋ ਵਿਸ਼ੇ ਜਿਹੜੇ ਬਹੁਤ ਮੇਜਰ ਨੇ ਕਿਸੇ ਵੀ ਕੰਟਰੀ ਲਈ, ਐਜੂਕੇਸ਼ਨ ਐਂਡ ਹੈਲਥ। ਐਂਡ ਹੈਲਥ ਨੂੰ ਮੈਂ ਥੋੜ੍ਹਾ ਜਿਹਾ ਸੈਕੰਡਰੀ ਲੈ ਗਿਆ ਕਿਉਂਕਿ ਐਜੂਕੇਸ਼ਨ ਹੋਏਗੀ ਤਾਂ ਅਸੀਂ ਹੈਲਥ ਲਈ ਵੀ ਅਸੀਂ ਅੱਗੇ ਜਾ ਪਾਵਾਂਗੇ। ਐਂਡ ਸਾਡੀ ਸਭ ਤੋਂ ਵੱਡੀ ਬਾਰ ਜਿਹੜੀ ਹੈ ਸਾਡੇ ਅੱਗੇ ਵਧਣ ਦੇ ਵਿੱਚ ਸਾਰੇ ਬੱਚਿਆਂ ਨੂੰ ਜਾਂ ਕਿਸੇ ਨੂੰ ਵੀ ਉਹ ਐਜੂਕੇਸ਼ਨ ਹੀ ਹੈ। ਐਂਡ ਉਹ ਸਾਡਾ ਕੰਟਰੀ ਹਲੇ ਵੀ ਉਹਦੇ ਵਿੱਚ ਬਹੁਤ ਲੈਕ ਕਰ ਰਿਹਾ। ਸਾਨੂੰ ਸੁਣਨ 'ਚ ਆਇਆ ਕਿ ਤੁਸੀਂ ਕਚਹਿਰੀਆਂ ਦੇ ਵੀ ਇਸ ਚੀਜ਼ ਦੇ ਵਿੱਚ ਬੜੇ ਚੱਕਰ ਲਗਾਏ ਨੇ, ਕੀ ਅੱਜ ਤੱਕ ਕੋਈ ਫਾਇਦਾ ਹੋਇਆ ਇਸ ਚੀਜ਼ ਦਾ? ਬਿਲਕੁਲ ਵੀਰ ਜੀ, ਮੈਂ ਇਹ ਗੱਲ ਕਹੂੰਗਾ ਕਿ ਕਚਹਿਰੀਆਂ ਦੇ ਦੇਖੋ ਜੀ, ਹੁਣ ਵੀ ਮੈਂ ਇਹ ਗੱਲ ਕਦੇ ਕਚਹਿਰੀ 'ਤੇ ਚਲਾ ਜਾਵਾਂ ਅਤੇ ਉੱਥੋਂ ਦੇ ਜਿਹੜੇ ਆਪਾਂ ਕਹਦੇ ਵੀ ਸਰਕਾਰੀ ਤੰਤਰ ਦੀ CID ਜਾਂ ਕੁਛ ਆ, ਉਹਨਾਂ ਨੂੰ ਹੁੰਦਾ ਵੀ ਹਾਂਜੀ ਤੁਸੀਂ ਆਏ ਹੋ ਤਾਂ ਅੱਜ ਕੁਛ ਨਾ ਕੁਛ ਇਸ਼ੂ ਜ਼ਰੂਰ ਹੋਏਗਾ ਇੱਥੇ। ਬਿਲਕੁਲ। ਸੋ ਇੱਕ ਮਤਲਬ ਇੱਕ ਧਾਰਨਾ ਬਣ ਗਈ ਹੈ ਕਿ ਠੀਕ ਹੈ ਕਿਉਂਕਿ 2013 ਦੇ ਵਿੱਚ ਮੈਂ 11 ਡੇਜ਼ ਦੀ ਹੰਗਰ ਸਟ੍ਰਾਈਕ ਕੀਤੀ ਸੀਗੀ, ਠੀਕ ਹੈ। ਇਸ਼ੂ ਸੀਗਾ ਪ੍ਰੋਪਰਟੀ ਟੈਕਸ ਨੂੰ ਲੈ ਕੇ ਐਂਡ ਕਿਤੇ ਨਾ ਕਿਤੇ ਗੌਰਮੈਂਟ ਨਾਲ ਮੁੜ ਕੇ ਸਿਟਿੰਗਸ ਹੋਈਆਂ ਐਂਡ ਉਹਨਾਂ ਨੂੰ ਜਿਹੜਾ ਪ੍ਰੋਪਰਟੀ ਟੈਕਸ ਦੇ ਰੇਟਸ ਜਿਹੜੇ ਸੀਗੇ ਉਹਨਾਂ ਨੂੰ ਦੁਬਾਰਾ ਰੀਕਨਸੀਡਰ ਕਰਨਾ ਪਿਆ ਐਂਡ ਕਿਤੇ ਨਾ ਕਿਤੇ ਡਾਊਨ ਹੋਏ। ਐਂਡ ਆਫਟਰ ਦੈਟ ਜਲੰਧਰ ਦੇ ਵਿੱਚ ਕਿਸੇ ਵਪਾਰੀ ਦੇ ਨਾਲ ਕੋਈ ਇਸ਼ੂ ਹੋਇਆ ਬੋਗਸ ਬਿੱਲੀ ਨੂੰ ਲੈ ਕੇ, ਅਤੇ ਕਿਸੇ ਇੱਕ ਜੈਨੂਨ ਵਪਾਰੀ ਨੂੰ ਉਹਨਾਂ ਨੇ ਮਤਲਬ ਚੱਕ ਲਿਆ ਅਤੇ 5 ਡੇ ਦੀ ਮੇਰੀ ਹੰਗਰ ਸਟ੍ਰਾਈਕ ਸੀਗੀ ਉੱਥੇ ਵੀ। ਸੋ ਤਕਰੀਬਨ ਹੁਣ ਤੱਕ ਮੈਂ ਜਲੰਧਰ 'ਚ 3-4 ਵਾਰ ਹੰਗਰ ਸਟ੍ਰਾਈਕਸ ਕਰ ਚੁੱਕੀ ਹਾਂ। ਐਂਡ ਜਦੋਂ ਇਹ ਫੀਸਿਸ ਦੇ ਇਸ਼ੂ ਨੂੰ ਹੋਇਆ ਸੀਗਾ ਅਤੇ ਤਾਂ ਵੀ ਇਹ ਚੀਜ਼ਾਂ ਹੋਈਆਂ, ਉੱਥੇ ਵੀ ਅਸੀਂ 14 ਦਿਨ ਦੀ ਜਿਹੜੀ ਇੱਕ ਰੈਗੂਲਰ ਅਸੀਂ ਕਹਿ ਦਈਏ ਕਿ ਡੈਮੋਸਟ੍ਰੇਸ਼ਨ ਕੀਤੀ ਸੀ। ਅਤੇ ਜਿਸ ਤੋਂ ਬਾਅਦ ਥੋੜ੍ਹਾ ਜਿਹਾ ਸਰਕਾਰਾਂ ਜਿਹੜੀਆਂ ਸਤਰਕ ਹੋਈਆਂ ਵੀ ਇਹ ਇੱਕ ਵਿਸ਼ਾ ਹੈ ਜਿਹਦੇ 'ਤੇ ਵਰਕਆਊਟ ਕੀਤਾ, ਪਰ ਇਹ ਕੋਈ ਵੀ ਜਿਹੜੀ ਕਾਮਯਾਬੀ ਈਜ਼ੀਲੀ ਨਹੀਂ ਮਿਲਦੀ। ਯੂ ਹੈਵ ਟੂ ਪੇ ਸਮਥਿੰਗ ਫॉर ਦੈਟ ਜੀ। ਅਤੇ ਕਿੰਨੀ ਕੁ ਤੁਸੀਂ ਇੰਨੀਆਂ ਲੜਾਈਆਂ ਲੜ ਚੁੱਕੇ ਹੋ ਕਹਿ ਲਓ, ਅਤੇ ਕਾਨੂੰਨ ਤੋਂ ਕਿੰਨੀ ਕੁ ਉਮੀਦ ਬਣੀ ਤੁਹਾਨੂੰ ਕਿ ਇਹ ਚੀਜ਼ ਚੇਂਜ ਹੋਏਗੀ? ਬਿਲਕੁਲ ਜੀ, ਮੈਂ ਇਹ ਗੱਲ ਬਹੁਤ ਹੀ ਤੁਹਾਡਾ ਅਹਿਮ ਸਵਾਲ ਹੈ। ਕਾਨੂੰਨ ਅਸੀਂ ਜੋ ਦੇਖਦੇ ਹਾਂ, ਮੇਰੇ ਖਿਆਲ ਨਾਲ ਜਦੋਂ ਅਸੀਂ ਬਚਪਨ 'ਚ ਫਿਲਮਾਂ ਵੀ ਦੇਖਦੇ ਸੀ ਨਾ, ਕਾਨੂੰਨ ਦੀਆਂ ਅੱਖਾਂ 'ਤੇ ਪੱਟੀ ਵੱਜੀ ਹੋਣਾ ਜਾਂ ਅਸੀਂ ਕਹਿ ਦੇਣਾ ਵੀ ਅੰਧਾ ਕਾਨੂੰਨ ਸਮਥਿੰਗ ਲਾਈਕ ਦੈਟ ਕੁਛ ਵੀ। ਸੋ ਅੱਜ ਸਾਨੂੰ ਜਦੋਂ ਅਸੀਂ ਆਪਣੀ ਜ਼ਿੰਦਗੀ 'ਚ ਵਿਚਰ ਰਹੇ ਹਾਂ, ਇੱਕ ਉਹ ਸਮਾਂ ਆਇਆ ਸਾਡੇ ਤੋਂ, ਤਾਂ ਅਸੀਂ ਦੇਖ ਰਹੇ ਹਾਂ ਕਾਨੂੰਨ ਜਿਹੜਾ ਆ ਉਹ ਨਾਮ ਦਾ ਰਹਿ ਗਿਆ। ਕਾਨੂੰਨ ਨਾਮ ਦਾ ਮੈਨੂੰ ਮਤਲਬ ਬੋਲਣ ਲੱਗਿਆ ਕੋਈ ਇਹ ਨਹੀਂ ਹੈ ਕਿ ਹਾਂਜੀ ਮੇਰੇ 'ਤੇ ਕੋਈ ਇਸ ਤਰ੍ਹਾਂ ਦਾ ਆਏਗਾ, ਕਿਉਂਕਿ ਕਾਨੂੰਨ ਤੁਸੀਂ ਆਮ ਗਾਹੇ ਦੇਖ ਲਓ, ਜਿਹੜੇ ਕਾਨੂੰਨ ਨੂੰ ਬਣਾਉਣ ਵਾਲੇ ਨੇ ਸਭ ਤੋਂ ਪਹਿਲਾਂ ਕਾਨੂੰਨ ਨੂੰ ਉਹੀ ਲੋਕ ਤੋੜਦੇ ਨੇ। ਐਂਡ ਆਮ ਪਬਲਿਕ ਤੋਂ ਐਕਸਪੈਕਟੇਸ਼ਨ ਜਿਹੜੀ ਹੈ ਉਹ ਕੀਤੀ ਜਾਂਦੀ ਹੈ
ਐਂਡ ਇਹਦੀ ਪਿਛਲੇ ਦਿਨਾਂ ਦੀ ਐਗਜ਼ਾਮਪਲ ਦਿੰਦਾ, ਅੱਜ ਤੋਂ ਤਕਰੀਬਨ 10-15 ਦਿਨ ਪਹਿਲਾਂ ਵੀ ਮੇਰਾ ਇੱਕ ਇਸ਼ੂ ਜਸਟ ਹੋਇਆ ਜਲੰਧਰ ਦੇ ਜੋਤੀ ਚੌਂਕ ਦੇ ਵਿੱਚ, ਕਿ ਇੱਕ ਪੁਲਿਸ ਪ੍ਰਸ਼ਾਸਨ ਦੀ ਇੱਕ ਗੱਡੀ ਖੜੀ ਹੈ ਜਿਹਦੇ ਆਪਣੇ ਕਾਨੂੰਨ ਜਿਹੜੀ ਆ ਉਹ ਖੁਦ ਵਾਇਲੇਸ਼ਨ ਕਰ ਰਹੀ ਹੈ ਐਂਡ ਆਮ ਪਬਲਿਕ ਦੇ ਉਹ ਚਲਾਨ ਕੱਟ ਰਹੇ ਨੇ ਕਿ ਤੁਸੀਂ ਵਾਇਲੇਸ਼ਨ ਕਰ ਰਹੇ ਹੋ ਐਂਡ ਤੁਹਾਨੂੰ ਪੈਨਲਾਈਜ਼ ਕੀਤਾ ਜਾ ਰਿਹਾ, ਤੁਹਾਡੇ ਕੋਲ ਚਾਰਜਸ ਲਏ ਜਾ ਰਹੇ ਨੇ ਉਸ ਚੀਜ਼ ਦੇ। ਠੀਕ ਹੈ, ਮਤਲਬ ਕਾਨੂੰਨ ਤੋਂ ਜਿਹੜੀ ਉਮੀਦ ਆ ਬਹੁਤ ਘੱਟ ਕੀਤੀ ਜਾ ਸਕਦੀ ਹੈ ਤੁਹਾਡੇ ਮੁਤਾਬਕ? ਬਿਲਕੁਲ ਘੱਟ ਕੀਤੀ ਜਾਂਦੀ, ਪਰ ਅਸੀਂ ਇਹ ਵੀ ਕਹਿੰਦੇ ਹਾਂ ਵੀ ਠੀਕ ਹੈ, ਕਿਉਂਕਿ ਸਾਨੂੰ ਇਹਦੇ ਲਈ ਅਸੀਂ ਖੁਦ ਜ਼ਿੰਮੇਵਾਰ ਹਾਂ। ਮੈਂ ਇਹਦੇ ਵਿੱਚ ਆਪਣੇ ਆਪ ਨੂੰ, ਸਾਡੀ ਸੁਸਾਇਟੀ ਨੂੰ ਵੀ ਜ਼ਿੰਮੇਵਾਰ ਠਹਿਰਾਉਣਾ, ਕਿਉਂਕਿ ਅਸੀਂ ਈਜ਼ੀ ਵੇ ਲੱਭਦੇ ਹਾਂ, ਅਤੇ ਈਜ਼ੀ ਵੇ ਲੱਭਣ ਦੇ ਨਾਤੇ ਕਿਤੇ ਨਾ ਕਿਤੇ ਮਤਲਬ ਅਸੀਂ ਉਸ ਕਾਨੂੰਨ ਨੂੰ ਇਸ ਲੈਵਲ ਤੱਕ ਲਿਆ ਕੇ ਖੜਾ ਕਰ ਦਿੰਦੇ ਹਾਂ ਵੀ ਉਹ ਬਿਲਕੁਲ ਖੋਖਲਾ ਹੋ ਜਾਂਦਾ। ਐਂਡ ਉਹਦੇ ਲਈ ਅਸੀਂ, ਕਿਉਂਕਿ ਦੇਖੋ ਕਿ ਕੋਈ ਵੀ ਕੰਮ ਕਰਨਾ ਅਸੀਂ ਕਹਿੰਦੇ ਹਾਂ ਵੀ ਹਾਂਜੀ ਕੋਈ ਨਾ ਕੋਈ ਪਰਸਨ ਲੱਭੋ ਐਂਡ ਈਜ਼ੀ ਵੇ ਕੰਮ, ਸਾਡਾ ਟਾਈਮ ਨਾ ਕਿਲ ਹੋਵੇ, ਵੀ ਹੈਵ ਟੂ ਗਿਵ ਸਮਥਿੰਗ। ਕਾਨੂੰਨ ਨੂੰ ਬਣਾਉਣਾ ਤੇ ਲਾਗੂ ਕਰਨਾ ਦੋਨੇ ਅਲੱਗ-ਅਲੱਗ ਚੀਜ਼ਾਂ ਹੋ ਗਈਆਂ। ਬਿਲਕੁਲ ਜੀ, ਬਿਲਕੁਲ ਬਹੁਤ ਔਖਾ ਹੈ। ਮਤਲਬ ਕਾਨੂੰਨ ਆਪਣਾ ਅੱਛਾ ਹੈ, ਮੈਂ ਅੱਛਾ ਇਹਨੂੰ ਵਰਡ ਯੂਜ਼ ਕਰਦਾ, ਕਾਨੂੰਨ ਅੱਛਾ ਹੈ ਕਿ ਇੰਪਲੀਮੈਂਟੇਸ਼ਨ ਅੱਛੀ ਨਹੀਂ ਹੈ? ਬਿਲਕੁਲ, ਮੈਂ ਜੇ ਗੱਲ ਕਰਾਂ ਤਾਂ ਕਾਨੂੰਨ ਦੀ, ਜੇ ਅਸੀਂ ਦੇਖੋ ਇਸ ਚੀਜ਼ ਦੇ ਉੱਤੇ ਜਿਹੜੇ ਸਾਡੇ ਵਕੀਲ ਨੇ ਉਹ ਜ਼ਿਆਦਾ ਬੈਟਰ ਦੱਸ ਸਕਦੇ ਨੇ, ਪਰ ਮੈਂ ਜਿੱਥੋਂ ਤੱਕ ਇਹ ਚੀਜ਼ਾਂ ਸਮਝੀਆਂ ਨੇ, ਨਹੀਂ ਤੁਸੀਂ ਕੋਰਟ ਕਚਹਿਰੀਆਂ ਦੇ ਚੱਕਰ ਬੜੇ ਰਹੇ, ਇਸ ਕਰਕੇ ਮੈਂ ਸਵਾਲ ਤੁਹਾਨੂੰ ਬਿਲਕੁਲ। ਸੋ ਮੈਂ ਜਿੱਥੋਂ ਤੱਕ ਇਹ ਸਮਝਿਆ ਕਾਨੂੰਨ ਨੂੰ, ਜਦੋਂ ਮੈਂ ਦੇਖਿਆ ਹੈਗਾ, ਉਹ ਇਹ ਹੈ ਕਿ ਜਿਸ ਤਰ੍ਹਾਂ ਦੇ ਕਾਨੂੰਨ ਫੋਰਨ ਦੇ ਵਿੱਚ ਨੇ, ਚਾਹੇ ਅਸੀਂ ਇੰਗਲੈਂਡ ਦੀ ਗੱਲ ਕਰੀਏ, UK ਦੀ ਗੱਲ ਕਰੀਏ, ਚਾਹੇ ਕਿਸੇ ਵੀ, ਉਸੇ ਤਰ੍ਹਾਂ ਦੇ ਹੀ ਕਾਨੂੰਨ ਇੱਥੇ ਨੇ। ਉਨੀ ਹੀ ਸਖਤੀ ਹੈ ਉਹਨਾਂ ਕਾਨੂੰਨਾਂ ਦੇ ਵਿੱਚ, ਜਿਹੜੀਆਂ ਚੀਜ਼ਾਂ ਲਿਖੀਆਂ ਹੋਈਆਂ ਨੇ ਉਨੀ ਸਖਤੀ ਨਾਲ ਹੀ ਸਭ ਕੁਛ ਹੈ ਉਹਦੀ, ਅਗਰ ਇੰਪਲੀਮੈਂਟੇਸ਼ਨ ਹੋਵੇ। ਪਰ ਉਹਦੀ ਇੰਪਲੀਮੈਂਟੇਸ਼ਨ ਹੀ ਨਹੀਂ ਹੁੰਦੀ, ਐਗਜ਼ੀਕਿਊਸ਼ਨ ਜਿਹੜੀ ਹੈ ਨਾ ਉਹ ਨਹੀਂ ਹੋ ਰਹੀ। ਕਾਨੂੰਨ ਬਰਾਬਰ ਦੇ ਨੇ ਪਰ ਇੰਪਲੀਮੈਂਟੇਸ਼ਨ ਦੇ ਵਿੱਚ ਜਿਹੜਾ ਉਹ ਸਾਰਾ ਫਰਕ ਹੈ। ਬਿਲਕੁਲ ਬਿਲਕੁਲ। ਛੋਟੀ ਜਿਹੀ ਐਗਜ਼ਾਮਪਲ ਦਿੰਦਾ ਕਿ ਦੇਖੋ ਕਿਸੇ ਵੀ ਇੱਕ ਜ਼ਿਲ੍ਹੇ ਦਾ ਸਭ ਤੋਂ ਛੋਟੀ ਸਰਕਾਰ ਜਿਹੜੀ ਹੁੰਦੀ ਨਾ, ਉਹ ਉੱਥੋਂ ਦਾ ਡਿਪਟੀ ਕਮਿਸ਼ਨਰ ਹੁੰਦਾ, ਜਿਹਨੂੰ ਆਪਾਂ ਕਹਿੰਦੇ ਨੇ ਵੀ DMB ਕਹਿ ਦਿੰਦੇ ਹਾਂ, ਕਲੈਕਟਰ ਕਹਿ ਦਿੰਦੇ ਹਾਂ, ਸਭ ਕੁਛ ਹੈ। ਉਹ ਦੇਖੋ ਇੱਕ ਉਸ ਜ਼ਿਲ੍ਹੇ ਦਾ ਇੱਕ ਕਹਿ ਦਈਏ ਵੀ ਉਸ ਖਿੱਤੇ ਦਾ ਉਹ ਰਾਜਾ ਹੈ, ਪਾਵਰ ਹੈ ਉਹਦੇ ਕੋਲ, ਸਾਰੇ ਉਹਦੇ ਡਿਪਾਰਟਮੈਂਟ ਉਹਦੇ ਅੰਡਰ ਆਉਂਦੇ ਨੇ। ਪਰ ਤੁਸੀਂ ਦੇਖੋ ਫਿਰ ਵੀ ਲੋਕ ਮਤਲਬ ਜੇ ਉਹ ਜਾਂਦੇ ਨੇ ਤਾਂ ਇਹਦਾ ਮਤਲਬ ਹੈ ਵੀ ਕੋਈ ਨਾ ਕੋਈ ਦਿੱਕਤ ਹੈ, ਚਾਹੇ ਰੈਵਨਿਊ ਦੀ ਗੱਲ ਕਰੀਏ ਵੀ ਰੈਵਨਿਊ ਡਿਪਾਰਟਮੈਂਟ ਦੀ ਗੱਲ ਹੈ, ਚਾਹੇ ਕਿਸੇ ਵੀ ਸੈਗਮੈਂਟ ਦੀ ਗੱਲ ਹੋਵੇ। ਐਂਡ ਇੰਨਾ ਰਸ਼ ਕਿਉਂ ਹੈ? ਕਿਉਂਕਿ ਜੇ ਅਸੀਂ ਸਾਡੀ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਟੋਟਲ ਡਿਪਟੀ ਕਮਿਸ਼ਨਰ ਨੇ, ਉਸ ਤੋਂ ਥੱਲੇ SDMs ਨੇ, ਉਸ ਤੋਂ ਥੱਲੇ ਤਹਿਸੀਲਦਾਰ ਨੇ, ਉਸ ਤੋਂ ਥੱਲੇ ਨਾਇਬ ਤਹਿਸੀਲਦਾਰ ਨੇ, ਉਹ ਥੱਲੇ ਬਾਕੀ ਜਿਹੜੀ ਸਾਰਾ ਠੀਕ ਹੈ ਸਿਸਟਮ ਹੈ, ਐਂਡ ਉਹ ਅਗਰ ਪ੍ਰੋਪਰ ਤਰੀਕੇ ਨਾਲ ਕੰਮ ਕਰੇ ਤੇ ਆਮ ਲੋਕਾਂ ਨੂੰ ਮੇਰੇ ਖਿਆਲ ਨਾਲ ਕਚਹਿਰੀਆਂ ਦੇ ਵਿੱਚ ਰਸ਼ ਦੇਖਣ ਨੂੰ ਨਹੀਂ ਮਿਲੇਗਾ। ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ। ਇੱਕ ਗੱਲ ਹੋਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜਿੰਨੇ ਵੀ ਪ੍ਰਾਈਵੇਟ ਸਕੂਲਸ ਹੈਗੇ ਨੇ ਉਹਨਾਂ 'ਚ ਮੈਨੂੰ ਲੱਗਦਾ ਕਿ ਜਿਹੜੇ ਪੋਲੀਟੀਕਲ ਪਾਰਟੀਜ਼ ਹੈਗੇ, ਨੇਤਾ ਹੈਗੇ, ਇਹਨਾਂ ਦੀ ਹਿੱਸੇਦਾਰੀ ਸਕੂਲਾਂ ਦੇ ਵਿੱਚ ਬਹੁਤ ਜ਼ਿਆਦਾ ਹੈਗੀ ਹੈ। ਕੀ ਤੁਹਾਨੂੰ ਲੱਗਦਾ ਇਹ ਸੱਚ ਹੈ? ਬਿਲਕੁਲ ਜੀ, ਮੈਂ ਮਤਲਬ ਬੜਾ ਨਿਤੜਕ ਹੋ ਕੇ ਇਹ ਗੱਲ ਕਹਾਂਗਾ। ਸਾਡੇ ਜਲੰਧਰ ਦੇ ਵਿੱਚ ਵੀ ਇੱਕ ਸਕੂਲ ਹੈਗਾ ਜੀ, ਕੈਂਟ ਦੇ ਵਿੱਚ। ਸੋ ਜਿਹੜੇ ਇਸ ਟਾਈਮ ਸਾਡੀ ਜਿਹੜੀ ਸੈਂਟਰ ਦੀ ਸਰਕਾਰ ਹੈ, ਉਹਦੇ ਕੈਬਨਿਟ ਮਿਨਿਸਟਰ ਨੇ, ਠੀਕ ਹੈ ਜੀ, ਉਹਨਾਂ ਦਾ। ਐਂਡ ਆਪਾਂ ਹੋਰ ਗੱਲ ਕਰੀਏ ਵੀ ਹਿੱਸੇ, ਕਿਉਂਕਿ ਉਹ ਤਾਂ ਹੈ ਹੀ ਹੈ, ਉਸ ਤੋਂ ਇਲਾਵਾ ਕਿਤੇ ਨਾ ਕਿਤੇ ਹਰ ਇੱਕ ਦੇ ਵਿੱਚ ਉਹਨਾਂ ਦੀ ਇਨਵੋਲਵਮੈਂਟ ਹੈਗੀ ਆ। ਐਂਡ ਉਹਦੀ ਵੱਡੀ ਗੱਲ ਕਰਾਂ ਮੈਂ, ਤੇ ਸਾਡੇ ਜਿਹੜੇ CM ਨੇ ਪੰਜਾਬ ਦੇ, ਠੀਕ ਹੈ, ਸੋ ਉਹਨਾਂ ਦਾ ਆਪਣਾ ਹੈਗਾ ਜੀ। ਆਪਾਂ ਦੂਰ ਦੀ ਗੱਲ ਕੀ ਕਰੀਏ? ਤੁਹਾਨੂੰ ਲੱਗਦਾ ਹੈ ਕਿ ਗੱਲ ਬਿਲਕੁਲ ਸੱਚੀ ਹੈ ਕਿ ਬਿਲਕੁਲ ਜੀ, ਬਿਲਕੁਲ। ਤਕਰੀਬਨ ਜਿਹੜੇ ਪ੍ਰਾਈਵੇਟ ਸਕੂਲ ਨੇ ਉਹ ਕਿਤੇ ਨਾ ਕਿਤੇ ਨੇਤਾਵਾਂ ਦੀ ਛਾਂ ਦੇ ਵਿੱਚ ਹੈਗੇ। ਬਿਲਕੁਲ। ਤੁਸੀਂ ਅਣਜਾਣ ਮਾਪਿਆਂ ਲਈ ਲੜਾਈ ਲੜਦੇ ਹੋ, ਤੁਹਾਨੂੰ ਕਦੀ ਕੋਈ ਡਰ ਨਹੀਂ ਲੱਗਦਾ? ਦੇਖੋ ਜੀ, ਡਰ ਜੇ ਡਰਦੇ ਰਵਾਂਗੇ ਤਾਂ ਕਿੱਥੇ ਜੀਵਾਂਗੇ? ਕਿੰਨੀ ਦੇਰ ਅਸੀਂ ਇਹ ਗੱਲ ਕਰੀਏ? ਲੱਗਦਾ ਡਰ ਸਭ ਕੁਝ ਹੋਇਆ। ਐਂਡ ਮੇਰੇ ਨਾਲ ਤਕਰੀਬਨ ਮੇਰੇ ਖਿਆਲ ਨਾਲ ਜਲੰਧਰ ਜਾਂ ਪੰਜਾਬ ਵੀ ਜਾਣਦਾ ਹੈ ਕਿ ਸਭ ਕੁਝ ਹੋਇਆ ਮੈਨੂੰ, ਮਤਲਬ ਪੁਲਿਸ ਪ੍ਰਸ਼ਾਸਨ ਦੇ ਨਾਲ ਜੋ ਹੋਇਆ, ਮੇਰੇ 'ਤੇ FIRs ਵੀ ਲੌਜ ਹੋਈਆਂ, ਸਾਰਾ ਕੁਛ, ਹਰ ਚੀਜ਼ ਜਿਹੜੀ ਆ ਜੋ ਇੱਕ ਆਮ, ਮੈਂ ਉਹੀ ਦੱਸ ਰਿਹਾ ਸੀ ਨਾ, ਜਿੱਦਾਂ ਫਿਲਮਾਂ 'ਚ ਦੇਖਦੇ ਹਾਂ ਜੋ ਚੀਜ਼ਾਂ ਹੁੰਦੀਆਂ ਉਹ ਮੇਰੇ ਨਾਲ ਹੈਪਨਡ ਹੋਈਆਂ। ਮੈਂ ਲਾਈਵ ਹਾਂ, ਐਗਜ਼ਾਮਪਲ ਆ ਉਹਦੀ ਵੀ ਠੀਕ ਹੈ, ਕਿਸ ਤਰੀਕੇ ਨਾਲ ਹੁੰਦਾ, ਮਤਲਬ ਕਿਸ ਤਰੀਕੇ ਨਾਲ ਕਿਸੇ ਝੂਠੀ ਕਹਾਣੀ ਨੂੰ ਘੜ ਕੇ ਅਤੇ ਮਤਲਬ ਕਿਸੇ ਨੂੰ ਫਸਾਇਆ ਜਾਂਦਾ ਹੈ, ਐਂਡ ਮਤਲਬ ਉਹਨੂੰ ਮਜਬੂਰ ਕੀਤਾ ਜਾਂਦਾ ਹੈ, ਐਂਡ ਕਿ ਤੂੰ ਅੱਗੇ ਸਾਡੇ ਝੁਕ ਅਤੇ ਮਤਲਬ ਅਸੀਂ ਸਭ ਕੁਝ ਕਰਨ ਨੂੰ ਤਿਆਰ ਹੈਗੇ ਹਾਂ। ਤੁਸੀਂ ਇੰਨੀ ਲੜਾਈ ਲੜੀ ਇਸ ਚੀਜ਼ ਦੇ ਵਿੱਚ, ਤੁਹਾਨੂੰ ਹਾਲੇ ਤੱਕ ਕੋਈ ਸਫਲਤਾ ਮਿਲੀ? ਦੇਖੋ, ਸਫਲਤਾ ਦੀ ਮੈਂ ਗੱਲ ਕਰਾਂ ਤਾਂ ਸਫਲਤਾ ਇਹੀ ਹੈ ਕਿ ਬਹੁਤ ਸਾਰੇ ਮਾਪੇ ਅਵੇਅਰ ਹੋਏ। ਮੇਰੇ ਲਈ ਸਭ ਤੋਂ ਵੱਡੀ ਸਫਲਤਾ ਇਹ ਹੈ ਅਵੇਅਰ, ਅੱਜ ਉਹ ਵਾਇਸ ਰੇਜ਼ ਕਰ ਰਹੇ ਨੇ ਆਪਣੇ ਹੱਕਾਂ ਪ੍ਰਤੀ, ਗਾਹੇ ਬਗਾਹੇ ਉਹ ਵਾਇਸ ਰੇਜ਼ ਕਰ ਰਹੇ ਨੇ। ਐਂਡ ਹੋਰ ਕਈ ਚੀਜ਼ਾਂ ਦੇ ਉੱਤੇ, ਮਤਲਬ ਜਿਸ ਤੋਂ ਦੇਖੋ ਕੋਈ ਵੀ ਚੀਜ਼ ਹੁੰਦੀ ਹੈ ਅਤੇ ਮੈਂ ਪਹਿਲਾਂ ਯੂਟੀਲਾਈਜ਼ ਨਹੀਂ ਸੀ ਕਰਦਾ, ਹੁਣ ਜਿਹੜੇ ਸੋਸ਼ਲ ਮੀਡੀਆ ਆ, ਚਾਹੇ ਫੇਸਬੁੱਕ ਆ, ਚਾਹੇ ਕੁਛ ਵੀ ਹੈ, ਤਾਂ ਉੱਥੇ ਜਾ ਕੇ ਜੋ ਦਿਖਦੇ ਆ। ਐਂਡ ਮੇਰੇ ਲਈ ਇੱਕ ਸਫਲਤਾ ਇਹੀ ਹੈ ਵੀ ਜਦੋਂ ਕੋਈ ਇਹ ਗੱਲ ਕਹਿੰਦਾ ਵੀ ਠੀਕ ਹੈ, ਯੂ ਆਰ ਡੂਇੰਗ ਗੁੱਡ, ਠੀਕ ਹੈ। ਉਸ ਤੋਂ ਇਲਾਵਾ ਜੇ ਐਜੂਕੇਸ਼ਨ ਦੀ ਗੱਲ ਕੀਤੀ, ਤਾਂ ਐਜੂਕੇਸ਼ਨ ਦੇ ਵਿੱਚ ਅਸੀਂ ਗੱਲ ਕਰੀਏ ਤਾਂ ਜਿਹੜੀ ਪ੍ਰਾਈਵੇਟਾਈਜੇਸ਼ਨ ਜਿਹੜੀ ਵੱਧ ਗਈ ਹੈ, ਐਂਡ ਉਹਦਾ ਇੱਕ ਦਬਦਬਾ ਜਿਹੜਾ ਐਜੂਕੇਸ਼ਨ 'ਤੇ ਵੱਧ ਰਿਹਾ ਹੈ, ਬਿਲਕੁਲ ਉਹਦੇ 'ਚ ਕੁਛ ਕਾਨੂੰਨ ਬਣਾਉਣ ਦੇ ਵਿੱਚ ਸਾਨੂੰ ਸਫਲਤਾ ਜ਼ਰੂਰ ਮਿਲੀ। ਦੇਖੋ, ਅਸੀਂ ਨਾਨ ਪੋਲੀਟੀਕਲ ਹੁੰਦਿਆਂ ਹੋਇਆਂ, ਠੀਕ ਹੈ,
ਪੰਜਾਬ ਸਰਕਾਰ ਨੇ ਇੱਕ 2016 'ਚ ਕਾਨੂੰਨ ਬਣਾਇਆ, ਕਿਉਂਕਿ ਉਹ ਮਾਪਿਆਂ ਦੀ ਲੜਾਈ ਸ਼ੁਰੂ ਹੋਈ ਸੀਗੀ ਐਂਡ ਮਾਪਿਆਂ ਦੀ ਲੜਾਈ ਨੂੰ ਦੇਖਦਿਆਂ ਹੋਇਆਂ ਉਸ ਟਾਈਮ ਐਡਮਿਨਿਸਟ੍ਰੇਸ਼ਨ ਜਿਹੜਾ ਸੀਗਾ ਪੰਜਾਬ ਸਰਕਾਰ ਦਾ, ਉਹਨਾਂ ਨਾਲ ਗੱਲਬਾਤ ਹੋਈ, ਉਹਦੇ ਬਾਅਦ ਸਪੈਸ਼ਲ ਆਰਡੀਨੈਂਸ ਜਾਰੀ ਹੋਇਆ ਐਂਡ ਕਾਨੂੰਨ ਬਣਿਆ। ਠੀਕ ਹੈ, ਸੋ ਇੱਕ ਸਫਲਤਾਵਾਂ ਨੇ। ਅੱਜ ਇਕੱਲਾ ਮੈਂ ਗੱਲ ਕਹਾਂ ਮੈਂ ਨਹੀਂ, ਬਹੁਤ ਸਾਰੇ ਲੋਕ ਵਾਇਸ ਰੇਜ਼ ਕਰਦੇ ਨੇ ਹਰ ਇੱਕ ਚੀਜ਼ ਦੇ ਲਈ। ਸਾਡੇ ਨਾਲ ਧੱਕਾ ਹੋ ਰਿਹਾ, ਕਿਤੇ ਵੀ ਹੋ ਜਾਏ ਇਮੀਡੀਏਟ ਲੋਕ ਲਾਈਵ ਹੋ ਰਹੇ ਨੇ ਐਂਡ ਇਹ ਨਹੀਂ ਕਹਿੰਦਾ ਵੀ ਉਹ ਮੇਰੇ ਕਰਕੇ। ਬਹੁਤ ਸਾਰੇ ਲੋਕ ਇਹਨਾਂ ਚੀਜ਼ਾਂ ਨੂੰ ਕਰ ਰਹੇ ਨੇ, ਉਹਨਾਂ ਦੇ ਮਨ 'ਚੋਂ ਡਰ ਖਤਮ ਹੋ ਰਿਹਾ ਕਿਤੇ ਨਾ ਕਿਤੇ, ਕਿਉਂਕਿ ਜਦੋਂ ਕੋਈ ਕਿਸੇ ਨੂੰ ਤੁਸੀਂ ਜ਼ਿਆਦਾ ਪ੍ਰੈਸ ਕਰੋਗੇ ਐਂਡ ਉਦੋਂ ਕਿਤੇ ਨਾ ਕਿਤੇ ਉਹ ਚੀਜ਼ ਜਿਹੜੀ ਹੈ ਨਾ ਮਤਲਬ ਬਾਹਰ ਨਿਕਲਦੀ ਹੈ। ਐਕਟਰ ਕਿੰਨਾ ਚਿਰ ਤੁਸੀਂ ਕਿਸੇ ਨੂੰ ਪ੍ਰੈਸ ਕਰ ਸਕਦੇ? ਤੁਹਾਡਾ ਮਤਲਬ ਹੈ ਕਿ ਤੁਸੀਂ ਇਹੀ ਸਫਲਤਾ ਮੰਨਦੇ ਕਿ ਪੇਰੈਂਟਸ ਜਿਹੜੇ ਜਾਗਰੂਕ ਹੋਏ ਨੇ ਆਪਣੇ ਹੱਕਾਂ ਲਈ। ਬਿਲਕੁਲ ਜੀ, ਬਿਲਕੁਲ। ਹੁਣ ਇੱਕ ਸਰਕਾਰ ਨੇ ਫੈਸਲਾ ਕੀਤਾ ਕਿ 15 ਅਕਤੂਬਰ ਨੂੰ ਸਕੂਲ ਖੋਲ੍ਹ ਦੇਣੇ ਨੇ, ਇਸ ਫੈਸਲੇ ਨੂੰ ਤੁਸੀਂ ਕਿਸ ਤਰ੍ਹਾਂ ਲੈਂਦੇ ਹੋ? ਦੇਖੋ ਜੀ, ਮੈਂ ਇਹ ਗੱਲ ਕਹਾਂਗਾ ਤੇ ਸਕੂਲ ਖੋਲ੍ਹਣ ਦਾ ਫੈਸਲਾ ਤਾਂ ਸਰਕਾਰ ਨੇ ਲੈ ਲਿਆ, ਪਰ ਸਾਡੇ ਦੇਸ਼ ਦੀ ਜਿਹੜੀ ਹਾਲੇ ਤੱਕ ਜੁਡੀਸ਼ਰੀ ਅਦਾਲਤਾਂ ਨੇ ਉਹ ਤਾਂ ਖੁੱਲ੍ਹੀਆਂ ਨਹੀਂ ਗਈਆਂ। ਹਾਲੇ ਤੱਕ ਉੱਥੇ ਵਰਚੁਅਲ ਜਿਹੜੀ ਆ ਉਹ ਹੀਅਰਿੰਗ ਹੋ ਰਹੀ ਹੈ। ਇਹਦਾ ਮਤਲਬ ਹੈ ਸਾਡੇ ਜਿਹੜੀ ਜੁਡੀਸ਼ਰੀ ਹੈ ਉਹਦੀ ਸੇਫਟੀ ਪਹਿਲਾਂ ਹੈ। ਦੇਸ਼ ਦਾ ਫਿਊਚਰ ਜਿਹੜਾ ਆਉਣ ਵਾਲਾ ਹੈ ਉਹਦੀ ਸੇਫਟੀ ਦੀ ਜ਼ਰੂਰਤ ਨਹੀਂ। ਹਰ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ, ਐਸਐਸਪੀ ਜਾਂ ਕਮਿਸ਼ਨਰਸ ਜਿਹੜੇ ਨੇ ਉਹ ਆਪਣੇ ਆਪ ਨੂੰ ਸਿਕਿਉਰ ਲੈ ਕੇ ਬੈਠੇ ਨੇ। ਉਹ ਉਹਨਾਂ ਨੇ ਬਾਹਰ ਆਪਣੇ ਬੋਰਡ ਲਗਾ ਦਿੱਤੇ ਨੇ ਕਿ ਜੇ ਤੁਸੀਂ ਕੋਈ ਵੀ ਐਪਲੀਕੇਸ਼ਨ ਦੇਣੀ ਹੈ, ਕੋਈ ਕੰਪਲੇਂਟ ਹੈ, ਕੋਈ ਮੰਗ ਪੱਤਰ ਹੈ, ਤਾਂ ਬਾਹਰ ਈਮੇਲ ਭੇਜਿਆ ਜਾਵੇ, ਅਸੀਂ ਮਿਲ ਨਹੀਂ ਸਕਦੇ। ਐਂਡ ਉਹਨਾਂ ਦੇ ਬਾਹਰ ਸਿਕਿਉਰਿਟੀ ਬੈਠੀ ਹੈ ਐਂਡ ਸਾਫ਼ ਕਹਿੰਦੀ ਹੈ ਕਿ ਨਹੀਂ, ਡਿਊ ਟੂ ਕਰੋਨਾ, ਠੀਕ ਆ, ਇਸ ਕਰਕੇ ਆਫਿਸਰਸ ਨਹੀਂ ਮਿਲ ਰਹੇ ਐਂਡ ਅਸੀਂ ਬੱਚਿਆਂ ਨੂੰ ਸਕੂਲ 'ਚ ਭੇਜਣ ਨੂੰ ਤਿਆਰ ਹਾਂ। ਐਂਡ ਉਹ ਵੀ ਕਿਹੜੀਆਂ ਕੰਡੀਸ਼ਨਸ 'ਤੇ? ਪੇਰੈਂਟਸ ਲਿਖ ਕੇ ਦੇਣਗੇ ਕਿ ਅਸੀਂ ਸਾਰੀਆਂ ਕੰਡੀਸ਼ਨਸ, ਟਰਮ ਐਂਡ ਕੰਡੀਸ਼ਨ ਜਿਹੜੀਆਂ ਨੇ, SOPs ਜਿਹੜੀ ਬਣਾਈ ਗਈ ਆ, ਠੀਕ ਆ, ਹੈਲਥ ਡਿਪਾਰਟਮੈਂਟ ਵੱਲੋਂ ਐਂਡ ਹੋਮ ਮਿਨਿਸਟਰੀ ਵੱਲੋਂ, ਉਹਨੂੰ ਬਿਲਕੁਲ ਐਗਜ਼ੈਕਟ ਮੰਨਦੇ ਆ, ਅਸੀਂ ਲਿਖ ਕੇ ਦਿੰਦੇ। ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੌਨਸੀਕੁਐਂਸਿਸ ਹੋ ਜਾਂਦੀ ਆ, ਸਾਡਾ ਬੱਚਾ ਕਰੋਨਾ ਪੋਜ਼ੀਟਿਵ ਹੋ ਜਾਂਦਾ, ਉਹਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਘਟਨਾਕ੍ਰਮ ਵਾਪਰ ਜਾਂਦਾ, ਤੇ ਅਸੀਂ ਜ਼ਿੰਮੇਵਾਰ ਆ। ਬੱਚਾ ਜਾ ਕਿੱਥੇ ਰਿਹਾ? ਸਕੂਲ ਦੇ ਵਿੱਚ, ਜਿਹਦੀਆਂ ਫੀਸਾਂ ਕੌਣ ਲੈ ਰਿਹਾ? ਸਕੂਲ। ਠੀਕ ਆ, ਐਂਡ ਉਹ ਚੱਲ ਕਿਹਦੇ ਅਧੀਨ ਰਿਹਾ? ਗੌਰਮੈਂਟ। ਵਾਈ ਗੌਰਮੈਂਟ ਕਿਉਂ ਨਹੀਂ ਉਹਦੀ ਰਿਸਪੌਂਸਿਬਿਲਿਟੀ ਲੈਂਦੀ ਜੀ? ਬਿਲਕੁਲ, ਇੰਨੀਆਂ ਮੋਟੀਆਂ ਜੇ ਅਸੀਂ ਇੱਕ ਆਫਿਸਰ ਦੀ ਰਿਸਪੌਂਸਿਬਿਲਿਟੀ ਲੈ ਰਹੇ ਹਾਂ ਤੇ ਬੱਚਿਆਂ ਦੀ ਕਿਉਂ? ਠੀਕ ਹੈ, ਤੇ ਬੱਚਿਆਂ ਦੀ ਕਿਉਂ ਨਹੀਂ? ਬੱਚਿਆਂ ਵਾਰੀ ਮਾਂ-ਬਾਪ ਕਿਉਂ? ਕੌਣ ਲਏਗਾ? ਬੱਚੇ ਸਕੂਲ ਚਲੇ ਗਏ ਤੇ ਪੇਰੈਂਟਸ ਘਰ ਨੇ, ਜ਼ਿੰਮੇਵਾਰੀ ਕੌਣ ਲਏਗਾ? ਜਿਹਦੇ ਕੋਲ ਬੱਚਾ ਉਹੀ ਜ਼ਿੰਮੇਵਾਰੀ ਲਏਗਾ। ਬਿਲਕੁਲ ਜੀ। ਜਦ ਤੱਕ ਬੱਚਾ ਮੇਰਾ ਘਰ ਹੈ ਤੇ ਜ਼ਿੰਮੇਵਾਰੀ ਮੇਰੀ ਹੈ। ਜੇ ਬੱਚਾ ਸਕੂਲ ਜਾਏਗਾ ਤਾਂ ਸਕੂਲ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਬਿਲਕੁਲ, ਇਹੀ ਚੀਜ਼ ਜਿਹੜੀ ਨਾ ਬੜੀ ਹੈਰਾਨੀਜਨਕ ਹੈ। ਦੇਖੋ, ਮੈਂ ਇਹ ਗੱਲ ਕਹਾਂ, 15 ਤਰੀਕ ਦਾ ਜਿਹੜਾ ਫੈਸਲਾ ਕੱਲ੍ਹ ਲਿਆ ਸਾਡੀ ਸਰਕਾਰ ਨੇ, ਪੰਜਾਬ ਦੀ ਨੇ, ਐਂਡ ਜਦ ਕਿ ਇਹਦੀ ਐਡਵਾਈਜ਼ਰੀ ਜਿਹੜੀ ਆ ਬੜੇ ਪਹਿਲਾਂ ਤੋਂ ਜਿਹੜੀ ਸੈਂਟਰ ਗੌਰਮੈਂਟ ਨੇ ਜਾਰੀ ਕਰ ਦਿੱਤੀ, ਐਂਡ ਕੱਲ੍ਹ ਤੋਂ ਪਹਿਲਾਂ ਕੀ ਬਿਆਨ ਆ ਰਹੇ ਸੀ ਸਾਡੀ ਸਰਕਾਰ ਦੇ? ਨਹੀਂ ਜੀ, ਅਸੀਂ ਤਾਂ ਫੈਸਲਾ ਇਹ ਲਿਆ ਹੈ ਕਿ ਜਦ ਤੱਕ ਕਰੋਨਾ ਖਤਮ ਨਹੀਂ ਹੋ ਜਾਂਦਾ ਤਦ ਤੱਕ ਪੰਜਾਬ ਦੇ ਸਕੂਲ ਨਹੀਂ ਖੁੱਲ੍ਹਣਗੇ। ਇਹ ਸਾਡੇ ਮਾਨਯੋਗ ਪੰਜਾਬ ਦੇ ਸਿੱਖਿਆ ਮੰਤਰੀ ਦੇ ਬਿਆਨ ਸੀ ਐਂਡ ਬਾਰ-ਬਾਰ ਆਉਂਦੇ ਸੀ। ਐਂਡ ਕੱਲ੍ਹ ਫੈਸਲਾ ਲੈਣ ਤੋਂ ਪਹਿਲਾਂ ਪਰਸੋਂ ਉਹ ਇੱਕ ਕਿਸੇ ਜਗ੍ਹਾ 'ਤੇ ਬੈਠੇ ਸੀ, ਕਿਸੇ ਪ੍ਰੋਗਰਾਮ 'ਤੇ ਗਏ ਸੀ, ਉੱਥੇ ਵੀ ਉਹਨਾਂ ਨੇ ਇਹੀ ਡਿਕਲੇਅਰ ਕੀਤਾ ਕਿ ਨਹੀਂ ਜੀ, ਅਸੀਂ ਜਦ ਤੱਕ ਕਰੋਨਾ ਖਤਮ ਨਹੀਂ ਹੁੰਦਾ ਤਦ ਤੱਕ ਨਹੀਂ ਖੋਲਾਂਗੇ। ਯਾਨੀ ਕਿ ਫੈਸਲਾ ਲੈਣ 'ਤੇ ਕੁਝ ਵੀ ਸੋਚਿਆ ਨਹੀਂ ਜਾਂਦਾ ਕਿ ਮੈਂ ਪਹਿਲਾਂ ਕੀ ਕਿਹਾ ਸੀ ਤੇ ਅੱਜ ਹੁਣ ਮੈਂ ਕੀ ਕਹਿ ਰਿਹਾ। ਮੈਂ ਇਹ ਗੱਲ ਕਹੂੰਗਾ ਵੀ ਸਰਕਾਰ ਯੂ ਟਰਨ ਬੜਾ ਮਸ਼ਹੂਰ ਹੋਇਆ ਸੀ। ਤੁਹਾਨੂੰ ਕੀ ਲੱਗਦਾ ਇਹਦੇ ਪਿੱਛੇ ਕੀ ਰੀਜ਼ਨ ਹੋਏਗਾ ਕਿ ਜਿਹੜਾ ਇੱਕ ਦਿਨ ਪਹਿਲਾਂ ਕਹਿ ਰਹੇ ਕਿ ਸਕੂਲ ਨਹੀਂ ਖੋਲਾਂਗੇ ਤੇ ਹੁਣ ਉਹ ਕਹਿ ਰਹੇ ਕਿ ਅਸੀਂ ਸਕੂਲ ਖੋਲਾਂਗੇ? ਦੇਖੋ ਜੀ, ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਸੀ ਨਾ ਵੀ ਕਿਆ ਇਹਦੇ ਜਿਹੜੇ ਪੋਲੀਟੀਕਲ ਲੋਕਾਂ ਦੀ ਇਹਦੇ ਵਿੱਚ ਇੰਟਰਵੈਂਸ਼ਨਸ ਹੈਗੀ ਹੈ ਇਸ ਚੀਜ਼ ਨੂੰ, ਕਿਉਂਕਿ ਇਹ ਖਿੱਤਾ ਕਿੱਦਾਂ ਦਾ ਸੀਗਾ ਜਿਹਦੇ ਵਿੱਚ ਦੇਖੋ ਇੱਕ ਇੰਨਾ ਲੰਬਾ ਜਿਹੜਾ ਫੇਜ਼ ਜਿਸ ਤਰੀਕੇ ਨਾਲ ਚਲਾਇਆ ਜਾ ਰਿਹਾ, ਕਿਤੇ ਨਾ ਕਿਤੇ ਇਹ ਸਕੂਲਾਂ ਦੇ ਨਾਲ ਨੇੜਤਾ ਐਂਡ ਉਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਕੀਤੀ ਜਾ ਰਹੀ ਆ। ਸਾਰਾ ਕੁਛ ਜਿਹੜਾ ਨਾ ਇਹ ਇੱਕ ਦੂਜੇ ਦੇ ਨਾਲ ਮਿਲ ਕੇ ਹੀ ਚੱਲਦਾ, ਉਸ ਤਰ੍ਹਾਂ ਕੁਛ ਨਹੀਂ। ਬਿਲਕੁਲ, ਜਿਸ ਤਰ੍ਹਾਂ ਪਹਿਲਾਂ ਬੱਸਾਂ ਓਪਨ ਕਰ ਦਿੱਤੀਆਂ, 52 ਸਵਾਰੀਆਂ ਅਲਾਉਡ ਕਰ ਦਿੱਤੀਆਂ, ਕਿਉਂਕਿ ਬਹੁਤੀਆਂ ਜਿਹੜੀਆਂ ਬੱਸਾਂ ਹੈਗੀਆਂ ਉਹ ਹੈ ਹੀ ਰਾਜਨੀਤਿਕ ਪਾਰਟੀਆਂ। ਬਿਲਕੁਲ ਜੀ, ਬਿਲਕੁਲ। ਤੇ ਮੈਨੂੰ ਵੀ ਲੱਗਦਾ ਕਿ ਤੁਹਾਨੂੰ ਵੀ ਸ਼ਾਇਦ ਇਹੀ ਲੱਗਦਾ ਕਿ ਉਹੀ ਸੇਮ ਕਾਰਨ ਹੈ ਕਿ ਸਕੂਲ ਖੋਲ੍ਹੇ ਜਾ ਰਹੇ ਨੇ। ਬਿਲਕੁਲ ਜੀ। ਦੇਖੋ ਕਿੰਨੇ ਇਹਦਾ ਪਰਪਸ ਕੀ ਹੈ ਸਕੂਲ ਖੋਲ੍ਹਣ ਦਾ? ਪਰਪਸ ਕਿ ਸਕੂਲ ਕੈਨ ਟੇਕ ਏ ਫੀਸ ਫਰੋਮ ਦਾ ਪੇਰੈਂਟਸ। ਸਕੂਲ ਨਹੀਂ ਖੋਲ੍ਹ ਰਹੇ, ਪੇਰੈਂਟਸ ਕੀ ਕਰ ਰਹੇ ਵੀ ਜਦੋਂ ਸਕੂਲ ਖੋਲ੍ਹਣਗੇ ਉਸ ਦਿਨ ਫੀਸ ਦੇਵਾਂਗੇ ਅਸੀਂ, ਠੀਕ ਹੈ, ਕਿਉਂਕਿ ਅਸੀਂ ਯੂਜ਼ ਹੀ ਨਹੀਂ ਕੀਤਾ। ਐਂਡ ਔਨਲਾਈਨ ਕਲਾਸਿਸ ਕਿਸੇ ਨੇ WhatsApp 'ਤੇ ਭੇਜਦਾ, ਕਿਸੇ ਨੇ ਵੀਡੀਓ ਰਿਕਾਰਡ ਕਰਕੇ ਭੇਜਤੀ। ਹਰ ਬੰਦੇ ਨੇ ਆਪਣੀ ਹੀ ਜਿਹੜੀ ਪਰਿਭਾਸ਼ਾ ਦਿੱਤੀ ਔਨਲਾਈਨ ਕਲਾਸਿਸ ਦੀ। ਐਂਡ ਸਰਕਾਰ ਦਾ ਇਹਦੇ ਵਿੱਚ ਕੀ ਕਾਨੂੰਨ ਹੈ ਕਿ ਜਿਹੜੀ ਔਨਲਾਈਨ ਪੜ੍ਹਾਈ ਉਹ ਕਿਸ ਤਰ੍ਹਾਂ ਹੋਣੀ ਚਾਹੀਦੀ? ਦੇਖੋ ਜੀ, ਸਰਕਾਰ ਦਾ ਕੋਈ ਕਾਨੂੰਨ ਹੀ ਨਹੀਂ ਹੈਗਾ। ਯੂ ਵਿਲ ਬੀ ਸਰਪ੍ਰਾਈਜ਼ ਟੂ ਨੋ ਦੈਟ ਕਿ ਸਟਿਲ ਹਾਲੇ ਤੱਕ ਸਰਕਾਰ ਨੇ ਇਸ ਤਰ੍ਹਾਂ ਦਾ ਕੋਈ ਫਰੇਮਵਰਕ ਡਿਜ਼ਾਈਨ ਹੀ ਨਹੀਂ ਕੀਤਾ ਜਿਹਦੇ ਰਾਹੀਂ 'ਤੇ ਔਨਲਾਈਨ ਕਲਾਸਿਸ ਪੜ੍ਹਾਈਆਂ ਜਾ ਸਕਦੀਆਂ। ਉਹ ਫਰੂਟਫੁੱਲ ਹੈਗਾ, ਉਹਦੇ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਕੌਨਸੀਕੁਐਂਸਿਸ ਨਹੀਂ ਹੈਗੇ ਹੈਲਥ ਮਿਨਿਸਟਰੀ ਵੱਲੋਂ ਜਾਂ ਐਜੂਕੇਸ਼ਨਲ ਡਿਪਾਰਟਮੈਂਟ ਵੱਲੋਂ ਵੀ ਹਾਂ ਵੀ ਇਹ ਬਿਲਕੁਲ ਅਪਰੂਵਡ ਆ, ਬੜੀ ਸਿਕਿਉਰ ਐਂਡ ਜਿਹੜਾ ਕੰਟੈਂਟ ਆਫ ਜਿਹੜੀ ਸਟੱਡੀ ਹੋਏਗੀ ਉਹ ਅਵੇਲੇਬਲ ਹੈ ਇਸ ਤਰੀਕੇ ਨਾਲ। ਐਂਡ ਇਟ ਇਜ਼ ਅਪਰੂਵਡ ਬਾਏ ਦਾ ਗਵਰਨਮੈਂਟ ਆਫ
ਕੀ ਕਹਿੰਦੇ ਸਾਡੀ ਪੰਜਾਬ ਹੈ ਚਾਹੇ ਸੈਂਟਰ ਗਵਰਨਮੈਂਟ ਹੈ, ਉਹਦਾ ਪੂਰਾ ਟੋਟਲ ਫਰੇਮਵਰਕ ਬਣਨਾ। ਕੋਈ ਵੀ ਜੇ ਐਜੂਕੇਸ਼ਨ ਪਾਲਿਸੀ ਬਣਦੀ ਉਹਦਾ ਫਰੇਮਵਰਕ ਹੈ, ਉਹ ਡਿਸਾਈਡ ਕੀਤਾ ਜਾਂਦਾ। ਹਾਲੇ ਤੱਕ ਇਹੋ ਜਿਹਾ ਕੁਝ ਨਹੀਂ ਹੈ ਕਿ ਪੜ੍ਹਾਈ ਕਿਸੇ ਤਰੀਕੇ, ਚਾਹੇ ਉਹ ਟੀਚਰਸ WhatsApp ਤੇ ਪੜ੍ਹਾਉਂਦੇ ਨੇ, ਚਾਹੇ ਉਹ Facebook ਤੇ ਪੜ੍ਹਾਉਂਦੇ ਨੇ, ਤੇ ਚਾਹੇ ਕਿਸੇ ਸੌਫਟਵੇਅਰ ਤੇ ਇਹੋ ਜਿਹਾ ਕੋਈ ਕਾਨੂੰਨ ਨਹੀਂ। ਦੇਖੋ ਜੀ ਮੈਂ ਕਹਿੰਦਾ ਵੀ ਹਰ ਇੱਕ ਨੇ, ਕਿਸੇ ਨੇ WhatsApp, ਕਿਸੇ ਨੇ Facebook, ਕਿਸੇ ਨੇ Google Meet, ਕਿਸੇ ਨੇ Zoom ਐਪ, ਠੀਕ ਆ। ਹਰ ਇੱਕ ਨੇ ਜੋ ਉਹਦਾ ਦਿਲ ਕੀਤਾ ਉੱਥੇ ਕੰਮ ਕੀਤਾ। ਕਿਸ ਪਰਪਸ ਲਈ? ਕਿਆ ਤੁਸੀਂ ਸਮਝਦੇ ਹੋ ਸਰ ਕਿ ਇਹ ਇੱਕ ਐਜੂਕੇਸ਼ਨ ਵਾਸਤੇ? ਨੋ, ਜਸਟ ਟੂ ਗ੍ਰੀਡੀਨੈਸ ਆਫ ਦਾ ਫੀਸਿਸ, ਪੈਸਾ ਕਿ ਅਸੀਂ ਪੜ੍ਹਾਇਆ, ਅਸੀਂ ਬਿਲਕੁਲ। ਐਂਡ ਅਸੀਂ ਸਕੂਲ ਇਹ ਗੱਲ ਕਹਿੰਦਾ ਵਾ ਕਿ ਅਸੀਂ ਤਾਂ ਐਜੂਕੇਸ਼ਨ ਨੂੰ ਲੈ ਕੇ ਬਹੁਤ ਹੀ ਸੁਹਿਰਦ ਹਾਂ। ਐਂਡ ਅੱਜ ਤੁਸੀਂ ਦੇਖੋਗੇ ਤੁਹਾਡੇ ਨੀਅਰ ਐਂਡ ਡੀਅਰਸ ਕੋਈ ਮੈਸੇਜ ਆਉਂਦਾ ਹੋਏਗਾ ਕਿ ਜੇ ਤੁਸੀਂ ਸਕੂਲ ਦੀ ਫੀਸ ਪੇ ਨਾ ਕੀਤੀ, ਤੁਹਾਡੇ ਬੱਚੇ ਦਾ ਨਾਂ ਸਟਕ ਆਫ ਕਰ ਦਿੱਤਾ ਜਾਏਗਾ, ਆਨਲਾਈਨ ਐਜੂਕੇਸ਼ਨ ਤੋਂ ਸਕੂਲ ਚੋਂ ਕੱਢ ਦਿੱਤਾ ਜਾਏਗਾ। ਜਿਹੜੇ ਬੋਰਡ ਦੀਆਂ ਕਲਾਸਿਸ ਨੇ, ਠੀਕ ਹੈ, ਪ੍ਰੀ ਬੋਰਡ ਦੀਆਂ ਕਲਾਸਿਸ, ਜਿਸ ਤਰ੍ਹਾਂ ਕਹਿ ਦਈਏ ਕਿ 9ਵੀਂ, ਠੀਕ ਹੈ, ਉਹਨਾਂ ਦੀ ਅਸੀਂ ਰਜਿਸਟ੍ਰੇਸ਼ਨ ਨਹੀਂ ਭੇਜਾਂਗੇ, 10ਵੀਂ ਦੇ ਬੋਰਡ ਦੇ ਐਗਜ਼ਾਮ ਨਹੀਂ ਦੇਣ ਦਿਆਂਗੇ, ਅਸੀਂ ਤੁਹਾਡੇ ਨਾਲ ਇਹ ਕਰਾਂਗੇ, 11th 12th। ਐਂਡ ਉਹਨਾਂ ਨੂੰ ਇਮੋਸ਼ਨਲੀ ਬਲੈਕਮੇਲ ਕਰਕੇ ਸਕੂਲ ਫੀਸਾਂ ਏਠਣ ਦੀ ਪੂਰੀ ਪੁਰਜੋਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਐਂਡ ਇਹਦੇ ਉਲਟ ਮੈਂ ਹੋਰ ਦੱਸ ਦਿੰਦਾ ਕਿ ਜਿਹੜੇ ਮਾਂ-ਬਾਪ ਸਕੂਲਾਂ ਦੇ ਵਿੱਚ ਐਪਲੀਕੇਸ਼ਨਸ ਲੈ ਕੇ ਜਾ ਰਹੇ, ਜਿਸ ਤਰ੍ਹਾਂ ਕੋਰਟ ਨੇ ਪਹਿਲਾਂ ਕਿਹਾ ਸੀਗਾ, ਜਾਂ ਆਪਣੀ ਅਸਮਰੱਥਾ ਦੀ ਉਹ ਐਪਲੀਕੇਸ਼ਨ ਦੇਣ ਜਾ ਰਹੇ ਨੇ, ਤਾਂ ਸਕੂਲ ਦੇ ਵਿੱਚ ਜਦੋਂ ਜਾ ਕੇ ਪੇਰੈਂਟਸ ਗੱਲ ਕਰਦਾ, ਸਕੂਲ ਉਹਨਾਂ ਦੇ ਉੱਤੇ ਕ੍ਰਿਮੀਨਲ ਕੇਸਿਸ ਲੌਂਚ ਕਰ ਰਹੇ ਨੇ। ਵਾਹ ਜੀ ਵਾਹ, ਬਿਲਕੁਲ। ਐਂਡ ਇਟ ਹੈਪਨਡ। ਇਹ ਨਹੀਂ ਹੈ ਕਿ ਮੈਂ ਵਰਬਲੀ ਕਹਿ ਰਿਹਾ, ਇਹ ਹੋ ਚੁੱਕੇ ਨੇ। ਮਤਲਬ ਉਹ ਕ੍ਰਿਮੀਨਲ ਹੋ ਗਏ ਜਿਹੜੇ ਫੀਸ ਨਹੀਂ ਪੇ ਕਰ ਰਹੇ। ਬਿਲਕੁਲ ਜੀ। ਐਂਡ ਇੱਥੋਂ ਤੱਕ ਹੈ ਕਿ ਬੱਚਿਆਂ ਨੂੰ, ਇਹ ਮਾਂ-ਬਾਪ ਨੂੰ ਇਹੋ ਜਿਹੀਆਂ ਲਿਸਟਾਂ ਆ ਰਹੀਆਂ ਕਿ ਯੂ ਆਰ ਅ ਡਿਫਾਲਟਰ ਦੀ ਲਿਸਟ 'ਚ। ਮੈਂ ਸੋਚਦਾ ਕਿ ਸ਼ਾਇਦ ਕੋਈ ਬੈਂਕ ਹੋਵੇ, ਕੋਈ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੇ, ਉੱਥੇ ਇਹ ਕਹਿ ਸਕਦਾ ਵੀ ਹਾਂ ਵੀ ਬੰਦਾ ਜਿਹੜਾ ਰੀਪੇ ਨਹੀਂ ਕਰ ਰਿਹਾ, ਕਿਉਂਕਿ ਉਹਨੇ ਲੋਨ ਲਿਆ ਤਾਂ ਰੀਪੇ ਨਹੀਂ ਕਰ ਰਿਹਾ, ਐਂਡ ਉਹਦੇ ਡਿਫਾਲਟਰ ਹੈ, ਉਹ NPA ਦੇ ਵਿੱਚ ਆ ਜਾਂਦਾ ਜਾਂ ਕੁਛ ਵੀ। ਐਂਡ ਸਕੂਲ ਉਹਦੇ ਵਿੱਚ ਡਿਫਾਲਟਰ ਲਿਸਟ, ਮਤਲਬ ਡਿਫਾਲਟਰ ਕਹਿਣਾ ਕਿਸੇ ਬੰਦੇ ਨੂੰ ਨੀਚਾ ਦਿਖਾ ਦੇਣਾ। ਐਂਡ ਤੁਸੀਂ ਸਕੂਲ ਚਲਾ ਰਹੇ ਹੋ, ਅਸੀਂ ਕਹਿ ਰਹੇ ਹਾਂ ਵੀ ਆਰ ਰਨਿੰਗ ਏ ਕਮਿਊਨਿਟੀ ਸਰਵਿਸਿਜ਼। ਅਸੀਂ ਉਸ ਦੇਸ਼ ਵਿੱਚ ਜਿੱਥੇ ਜਿਹੜੀ ਪੜ੍ਹਾਈ ਹੈ ਮੈਂ ਸਮਝਦਾ ਕਿ ਫ੍ਰੀ ਹੋਣੀ ਚਾਹੀਦੀ, ਔਰ ਜਿਹੜੇ ਪੇਰੈਂਟਸ ਹੈ ਮੇਰੇ ਖਿਆਲ ਸਾਰੀ ਉਮਰ ਇੱਕ ਹੈਲਥ ਤੇ ਇੱਕ ਪੜ੍ਹਾਈ ਸਾਰੀ ਉਮਰ ਇਹਦੇ ਲਈ ਕਮਾਉਂਦੇ ਰਹਿੰਦੇ ਨੇ। ਬਿਲਕੁਲ ਜੀ, ਹੋਰ ਕੁਝ ਹੈ ਹੀ ਨਹੀਂ ਹੈ ਵਿਸ਼ਾ ਹੀ ਉਹਨਾਂ ਕੋਲ। ਕਿਸੇ ਨੂੰ ਪੁੱਛ ਲਓ, ਟੈਨਸ਼ਨ ਆ ਜੀ, ਮੈਂ ਪੈਸਾ ਕਿੱਲੀ ਜੋੜ ਰਿਹਾ ਜੀ, ਜੇ ਕੋਈ ਘਰ 'ਚ ਬਿਮਾਰ ਹੋ ਗਿਆ ਯਾਰ ਲੱਖਾਂ ਦਾ ਸਾਹਮਣਾ ਖਰਚ ਹੋ ਜਾਣਾ। ਐਂਡ ਮੈਂ ਜੇ ਸਕੂਲ ਦੀ ਗੱਲ ਕਰੀਏ ਵੀ ਮੈਂ ਬੱਚੇ ਨੂੰ ਵਧੀਆ ਐਜੂਕੇਸ਼ਨ ਦੇਣਾ ਚਾਹੁੰਦਾ, ਮੈਂ ਨਹੀਂ ਲੈ ਸਕਿਆ ਜੀ ਇਸ ਕਰਕੇ। ਪਰ ਤੁਸੀਂ ਹੈਰਾਨ ਹੋਵੋਗੇ, ਸਾਡੇ ਦੇਸ਼ ਦਾ ਜਿਹੜਾ ਕੌਨਸਟੀਟਿਊਸ਼ਨ ਆਫ ਇੰਡੀਆ ਹੈ, ਠੀਕ ਹੈ, ਉਹਦੇ ਪ੍ਰੀਐਂਬਲ 'ਚ ਲਿਖਿਆ ਹੈ ਇਕੁਐਲਿਟੀ ਹੋਣੀ ਚਾਹੀਦੀ ਹੈ। ਐਂਡ ਉਹਦੇ ਵਿੱਚ ਫੰਡਾਮੈਂਟਲ ਰਾਈਟਸ ਦੇ ਵਿੱਚ ਦੋਨੋਂ ਚੀਜ਼ਾਂ ਨੇ, ਹੈਲਥ ਐਂਡ ਐਜੂਕੇਸ਼ਨ। ਐਂਡ ਉਹਦੇ ਸਪੈਸ਼ਲੀ ਲਿਖਿਆ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਬਿਜ਼ਨਸ ਨਹੀਂ ਹੋ ਸਕਦਾ, ਇਹ ਕਮਿਊਨਿਟੀ ਸਰਵਿਸਿਜ਼ ਨੇ। ਐਂਡ ਚੀਜ਼ਾਂ ਬਿਜ਼ਨਸ ਇਸ ਟਾਈਮ ਟੋਟਲੀ ਪਿਓਰਲੀ ਬਿਜ਼ਨਸ ਦੇ ਵਿੱਚ, ਐਂਡ ਵਾਈਟ ਕਾਲਰ ਬਿਜ਼ਨਸ ਹੈ, ਵਾਈਟ ਕਾਲਰ। ਐਂਡ ਉੱਥੇ ਕਹਿੰਦੇ ਵੀ ਜਿਹੜਾ ਵੀ ਆ ਗਿਆ ਉਹ ਮੁਰਗਾ ਇਹਨੂੰ ਕੱਟ ਲਓ। ਅੱਜ ਦੀ ਤਾਰੀਖ ਦੇ ਵਿੱਚ ਕੋਈ ਵਧੀਆ ਬਿਜ਼ਨਸ ਸ਼ੁਰੂ ਕਰਨਾ ਹੋਵੇ ਤੇ ਕਿਸੇ ਨੂੰ ਸਲਾਹ ਲਈਏ ਨਾ, ਤਾਂ ਇਹੀ ਕਹਿੰਦਾ ਹੈਗਾ ਜਾਂ ਤਾਂ ਕੋਈ ਹਸਪੀਟਲ ਖੋਲ ਲਓ ਤੇ ਜਾਂ ਫਿਰ ਕੋਈ ਸਕੂਲ ਖੋਲ ਲਓ। ਬਿਲਕੁਲ ਜੀ, ਬੜੀ ਕਲੀਅਰ ਗੱਲ ਆ। ਹਰ ਬੰਦਾ ਕਹਿੰਦਾ ਜੀ ਮਤਲਬ ਮੈਂ ਤਾਂ ਇਨਵੈਸਟ ਕਰ ਰਿਹਾ ਇਸ ਕੰਮ ਲਈ ਪਰਮਾਨੈਂਟ, ਐਂਡ ਇੱਕ ਵਾਰ ਇਨਵੈਸਟਮੈਂਟ ਹੋ ਗਈ ਬਸ, ਇੱਕ ਵਾਰ ਚੱਲ ਪਿਆ, ਫਿਰ ਤਾਂ ਜ਼ਿੰਦਗੀ ਬੈਠ ਕੇ ਕਮਾਵਾਂਗੇ। ਕਿਉਂਕਿ ਜਿੱਦਣ ਦਿਲ ਕੀਤਾ ਉਸੇ ਟਾਈਮ ATM ਹੈਗਾ ਮਾਂ-ਬਾਪ, ਠੀਕ ਹੈ, ਉਹਦੀ ਜੇਬ 'ਚੋਂ ਜਿੰਨੀ ਦਿਲ ਕਰਦੇ ਉਹਨਾਂ ਕੱਢ ਲਓ, ਠੀਕ ਹੈ, ਕੋਈ ਵੀ ਗੱਲ ਕਹਿੰਦੇ ਹੋ ਤੁਸੀਂ। ਐਂਡ ਪਿੱਛੇ ਜੇ ਤਾਂ ਇਹ ਵੀ ਚੀਜ਼ ਚਲੋ ਹੋਈ ਸੀ, ਇਹ ਤੋਂ ਪਹਿਲਾਂ ਵੀ ਬਹੁਤ ਸਾਰੇ ਸਕੂਲਾਂ ਵਾਲਿਆਂ ਨੇ ਸ਼ੁਰੂ ਕਰਤਾ ਵੀ ਨਾਸਾ ਜਾਂ ਫੋਰਨ ਐਜੂਕੇਸ਼ਨ ਟ੍ਰਿਪਸ ਜੇ ਉਹ, ਐਂਡ ਉਹ ਵੀ ਇੱਕ ਸੋਰਸ ਆਫ ਇਨਕਮ ਸੀਗਾ, ਕਿਆ ਸੀ, ਠੀਕ ਹੈ, ਕਿ ਅਸੀਂ ਕਹਿੰਦੇ ਬੱਚਿਆਂ ਨੂੰ ਤੁਹਾਡੇ ਨਾਸਾ ਲੈ ਕੇ ਜਾ। ਦੇਖੋ ਅਸੀਂ ਹਾਲੇ ਤੱਕ ਉਸ ਐਜੂਕੇਸ਼ਨ ਦੇ ਉਸ ਲੈਵਲ ਤੱਕ ਨਹੀਂ ਜਾ ਪਾਏ। ਮੈਂ ਨਹੀਂ ਕਹਿੰਦਾ ਵੀ ਇਸ ਤਰ੍ਹਾਂ ਦੀਆਂ ਨਹੀਂ ਹੋਣੀਆਂ ਚਾਹੀਦੀਆਂ, ਠੀਕ ਹੈ, ਐਕਸਚੇਂਜ ਜਿਹੜੇ ਸਟੂਡੈਂਟਸ ਜਿਹੜੇ ਨੇ ਹੋਣੀ ਚਾਹੀਦੀ ਹੈ ਐਜੂਕੇਸ਼ਨ ਦੇ ਵਿੱਚ, ਬੱਚੇ ਨੂੰ ਪਤਾ ਲੱਗਦਾ। ਪਰ ਉਹ ਤਾਂ ਇੱਕ ਪ੍ਰੋਫੈਸ਼ਨ ਹੀ ਬਣਾ ਲਿਆ ਸੀ, ਹਰ ਸਕੂਲ ਉੱਠਦਾ ਸੀਗਾ, ਉਹ ਕਹਿੰਦਾ ਡਿਫਰੈਂਟ ਸੀ ਨਾ, ਪਰਪਸ ਪੜ੍ਹਾਈ ਨਹੀਂ ਸੀਗੀ, ਪਰਪਸ ਸੀਗਾ ਕਿ ਇਸ ਟੂਰ ਤੋਂ ਕਿੰਨੇ ਪੈਸੇ ਲੈਣੇ। ਬਿਲਕੁਲ। ਐਂਡ ਮੈਂ ਇੱਕ ਚੀਜ਼ ਦੱਸਾਂ, ਜੇ ਕਮਿਊਨਿਟੀ ਸਰਵਿਸਿਜ਼ ਚੱਲਦੀਆਂ ਨੇ ਨਾ, ਉਹਦੀ ਐਡਵਰਟਾਈਜ਼ਮੈਂਟ ਨਹੀਂ ਹੁੰਦੀ। ਤੁਸੀਂ ਇੱਕ ਮੀਡੀਆ ਨਾਲ ਜੁੜੇ ਹੋ, ਠੀਕ ਹੈ, ਉਹਦੀ ਐਡਵਰਟਾਈਜ਼ਮੈਂਟ ਨਹੀਂ ਹੁੰਦੀ। ਐਂਡ ਐਡਵਰਟਾਈਜ਼ਮੈਂਟ ਵੀ ਅਗਰ ਤੁਸੀਂ ਕਰਦੇ ਹੋ ਨਾ, ਉਹ 'ਚ ਬੱਚੇ ਦਾ ਪੈਸਾ ਯੂਜ਼ ਹੋ ਰਿਹਾ, ਜਿਹੜਾ ਤੁਸੀਂ ਪੈਸਾ ਮਾਂ-ਬਾਪ ਫੀਸਾਂ ਦੇ ਰਹੇ ਨੇ। ਐਂਡ ਜਿਹੜੀ ਕਿਸੇ ਨੂੰ ਐਡਵਰਟਾਈਜ਼ਮੈਂਟ ਦੇਵਾਂਗੇ ਫ੍ਰੀ 'ਚ ਕੋਈ ਵੀ ਨਹੀਂ ਲਾਏਗਾ, ਉਹਦੇ ਚਾਰਜਸ ਕੌਣ ਪੇ ਕਰਿਆ? ਮਾਂ-ਬਾਪ ਪੇ ਕਰਿਆ। ਬਟ ਸਕੂਲ ਦਾ ਜਿਹੜਾ ਲਾਅ ਹੈ, ਐਜੂਕੇਸ਼ਨ ਲਾਅ, ਇਹ ਗੱਲ ਕਹਿੰਦਾ ਕਿ ਜਿਹੜੀ ਬੱਚੇ ਕੋਲ ਫੀਸ ਲਈ ਜਾ ਰਹੀ ਹੈ ਉਹ ਟੋਟਲ ਬੱਚੇ ਦੀ ਵੈਲਫੇਅਰ ਦੇ ਉੱਤੇ ਖਰਚ ਕੀਤੀ ਜਾਏਗੀ, ਨਾਟ ਫॉर ਐਨੀ ਅਦਰ ਪਰਪਸਸ। ਈਵਨ ਦੈਨ ਉਹਨਾਂ ਦੇ ਜਿਹੜੇ ਡਾਇਰੈਕਟਰਸ ਨੇ, ਚਾਹੇ ਟਰਸਟੀ ਮੈਂਬਰਸ ਨੇ, ਉਹ 1 ਰੁਪਈਆ ਨਹੀਂ ਕਮਾ ਸਕਦੇ ਉਹਨਾਂ ਚੀਜ਼ਾਂ 'ਚੋਂ। ਲਾਅ ਬਣਾਉਣਾ ਤੇ ਲਾਅ ਨੂੰ ਇੰਪਲੀਮੈਂਟ ਕਰਨਾ ਬਹੁਤ ਡਿਫਰੈਂਟ ਚੀਜ਼ਾਂ ਨੇ। ਬਿਲਕੁਲ, ਬਹੁਤ ਕਲੀਅਰ। ਹੁਣ ਤਾਂ ਤੁਹਾਡਾ ਤਜਰਬਾ ਇੰਨਾ ਹੋ ਗਿਆ, ਹੁਣ ਤਾਂ ਤੁਹਾਨੂੰ ਇਹ ਪਤਾ ਲੱਗ ਗਿਆ ਹੋਣਾ ਕਿ ਟਿਊਸ਼ਨ ਫੀਸ ਕੀ ਹੈ ਜਾਂ ਐਨੂਅਲ ਚਾਰਜਸ ਕੀ ਨੇ। ਇਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਇਹ ਕੀ ਹੁੰਦੇ ਨੇ। ਬਿਲਕੁਲ ਜੀ, ਮੈਂ ਇਹ ਗੱਲ ਕਹਾਂ ਕਿ ਜਿਹੜੀ ਇੱਕ ਦੇਖੋ ਜੀ, ਜਿਹੜੇ ਬਾਇਲਾਜ਼ ਹੁੰਦੇ ਨੇ ਕਿਸੇ ਵੀ ਚੀਜ਼ ਨੂੰ ਬਣਦੇ ਆ, ਉਹਦਾ ਬਾਇਲਾਜ਼ ਬਣਦੇ ਨੇ। ਐਂਡ ਸਕੂਲਾਂ ਦੇ ਬਾਇਲਾਜ਼ ਨੇ, ਚਾਹੇ ਉਹ CBSE ਬੋਰਡ ਹੈ, ਚਾਹੇ ਉਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਹੈ, ਚਾਹੇ SC SC ਹੈ, ਜਾਂ ਕੋਈ ਵੀ ਹੈ,
ਜਿੰਨੇ ਵੀ ਬੋਰਡ ਨੇ, ਸਟੇਟ ਬੋਰਡਸ ਨੇ, ਸਾਰਿਆਂ ਦੇ ਉਹਨਾਂ ਆਪਣੇ ਬਾਇਲਾਸ ਨੇ, ਉਹਦੇ ਅੰਦਰ ਹੀ ਉਹ ਚੀਜ਼ਾਂ ਚੱਲਣੀਆਂ। ਐਂਡ ਉਹਨਾਂ ਬੋਰਡਸ ਤੋਂ ਜਦੋਂ ਅਸੀਂ ਐਫੀਲੀਏਸ਼ਨ ਲੈਂਦੇ ਹਾਂ, ਠੀਕ ਹੈ, ਤਾਂ ਉਹਦੇ ਬਾਇਲਾਸ ਦੇ ਮੁਤਾਬਕ ਵੀ ਬਾਉਂਡ ਹੋ ਜਾਂਦੇ ਅਸੀਂ ਜੀ। ਐਂਡ ਸਭ ਤੋਂ ਪਹਿਲਾਂ ਵਾਇਲੇਸ਼ਨ ਜਿਹੜੇ ਨੇ ਉਹ ਸਕੂਲ ਹੀ ਕਰਦੇ ਨੇ। ਜਦੋਂ ਤਾਂ ਅਸੀਂ ਲੈਣੀ ਆ ਸਾਡੀ ਐਫੀਲੀਏਸ਼ਨ, ਉਦੋਂ ਤੱਕ ਤਾਂ ਅਸੀਂ ਜੀ ਹਜ਼ੂਰੀ 'ਚ, ਆਫਟਰ ਦੈਟ ਅਸੀਂ ਟੋਟਲ ਵਾਇਲੇਸ਼ਨ 'ਚ ਆ ਜਾਂਦੇ ਹਾਂ। ਐਂਡ ਟਿਊਸ਼ਨ ਫੀਸ ਦੀ ਗੱਲ ਕੀਤੀ, ਉਹਦੇ ਵਿੱਚ ਬੜੇ ਕਲੌਜ਼ ਲਿਖਿਆ ਵੀ ਸਕੂਲ ਫੀਸ ਉਹ ਹੈ ਜਿਹੜੀ ਬੱਚੇ ਦੀ ਸਟੱਡੀ ਦੇ ਨਾਲ ਜੁੜੀ ਹੋਈ ਕਿਸੇ ਵੀ ਵੈਲਫੇਅਰ ਲਈ ਯੂਟਿਲਾਈਜ਼ ਕੀਤੀ ਜਾਂਦੀ, ਦੈਟ ਇਜ਼ ਕਾਲਡ ਅ ਸਕੂਲ ਫੀਸ। ਤੇ ਟਿਊਸ਼ਨ ਮਤਲਬ ਕਿ ਮੈਨੂੰ ਕੋਈ ਐਜੂਕੇਸ਼ਨ ਦੇ ਰਿਹਾ ਅਤੇ ਉਹਦੇ ਏਵਜ 'ਚ ਮੈਂ ਕੁਛ ਨਾ ਕੁਛ ਦੇਣਾ। ਸੋ ਉਹ ਟਿਊਸ਼ਨ ਦਾ ਮਤਲਬ ਹੈ ਟੀਚਰਸ ਦੀ ਫੀਸ, ਜਸਟ ਜਿਹੜਾ ਵੀ ਸਾਡਾ ਸਪੋਰਟਿੰਗ ਸਟਾਫ ਹੈ ਉਸ ਪੜ੍ਹਾਈ ਨੂੰ ਕੰਪਲੀਟ ਬੜੇ ਐਮੀਕੇਬਲੀ ਤਰੀਕੇ ਨਾਲ ਕਰਨ ਵਾਸਤੇ, ਬੱਚੇ ਨੂੰ ਕਿਸੇ ਵੀ ਤਰ੍ਹਾਂ ਦੀ ਹਿੰਡਰੈਂਸ ਜਾਂ ਕੋਈ ਪ੍ਰੋਬਲਮ ਮੁਸ਼ਕਿਲ ਨਾ ਆਵੇ, ਪੱਖਾ, ਪਾਣੀ, ਸਹੂਲਤ, ਹਰ ਚੀਜ਼ਾਂ ਦੀ ਜਿਹੜੀਆਂ ਉਹਦੇ 'ਤੇ ਟੋਟਲ ਖਰਚ ਕੀਤਾ ਜਾਣ ਵਾਲਾ ਪੈਸਾ ਜਿਹੜਾ ਉਹਦੀ ਡਿਵਾਈਡੇਸ਼ਨ ਕਰਕੇ, ਠੀਕ ਹੈ, ਉਹਨੂੰ ਮੰਥਲੀ ਬੇਸਿਸ 'ਤੇ ਇੱਕ ਫੀਸ ਬਣਦੀ, ਦੈਟ ਇਜ਼ ਕਾਲਡ ਦ ਟਿਊਸ਼ਨ ਫੀਸ। ਉਹ ਟਿਊਸ਼ਨ ਫੀਸ ਬਿਲਕੁਲ। ਤੇ ਇੱਕ ਉਹ ਜਿਹੜੇ ਸਕੂਲ ਲੈਂਦੇ ਨੇ ਐਨੂਅਲ ਚਾਰजेस, ਇਹ ਕਿਹੜੇ ਚਾਰजेस ਹੁੰਦੇ ਨੇ? ਦੇਖੋ ਜੀ, ਇਹ ਤਾਂ ਆਪਣੀ ਮਨਮਰਜ਼ੀ ਦੇ ਮਤਲਬ ਘੜੇ ਹੋਏ ਉਹ ਫੰਡ ਨੇ ਕਿ ਜਿੱਥੋਂ ਅਸੀਂ ਇੱਕ ਪੈਸਾ ਕਮਾਉਣ ਦਾ ਰਾਹ ਲੱਭ ਲਿਆ ਜੀ। ਮੈਂ ਬੜੀ ਕਲੀਅਰਲੀ ਇੱਕ ਦੱਸਾਂ, ਮੈਂ ਪਹਿਲਾਂ ਵੀ ਕਹਿੰਦਾ ਸੀ, ਕੋਈ ਵੀ ਸਕੂਲ ਇੱਕ ਲੈ ਲਓ ਐਂਡ ਅਸੀਂ ਉਹਦੀ ਐਗਜ਼ਾਮਪਲ ਲੈ ਲੈਂਦੇ ਹਾਂ। ਸਕੂਲ ਦਾ ਟੋਟਲ ਖਰਚ ਜਿਹੜਾ ਵਾ ਕਿਹੜੇ ਬੇਸਿਸ 'ਤੇ ਹੈ, ਟੀਚਰ, ਨਾਨ ਟੀਚਿੰਗ ਸਟਾਫ ਐਂਡ ਬਾਕੀ ਸਾਰੇ ਜਿਹੜੀਆਂ ਚੀਜ਼ਾਂ ਫੈਸਿਲਿਟੇਸ਼ਨ ਜਿਹੜੀਆਂ ਉੱਥੇ ਦਿੱਤੀਆਂ ਜਿਹੜੀਆਂ, ਪਾਣੀ, ਬਿਜਲੀ ਜਾਂ ਕੁਛ ਵੀ, ਹਵਾ ਪਾਣੀ, ਉਹਦੇ ਲਈ ਜੋ ਵੀ ਖਰਚ ਕੀਤਾ ਜਾ ਰਿਹਾ ਐਂਡ ਜਿਹੜੇ ਤੁਹਾਡੇ ਆਪਾਂ ਕਹਿੰਦੇ ਪੇਪਰ, ਸਟੇਸ਼ਨਰੀ, ਜਿੱਥੇ ਵੀ ਕੋਈ ਖਰਚ ਹੋਣਾ ਉਹਦੇ ਟੋਟਲ ਨੂੰ ਖਰਚੇ ਨੂੰ ਅਸੀਂ ਐਗਜ਼ਾਮਪਲ ਲੈਂਦੇ ਹਾਂ। ਅੱਜ ਬੱਚੇ ਦੀ ਐਵਰੇਜ ਫੀਸ 2200 ਹੈਗੀ ਹੈ ਜੀ, ਘੱਟੋ ਘੱਟ ਹੈਗੀ ਨੇ। ਹਰ ਸਕੂਲ ਦੇ ਤਕਰੀਬਨ 2000 ਬੱਚਾ ਤਾਂ ਹੈਗਾ ਹੀ ਹੈ, 1500 2000 ਹੈਗਾ। ਆਪਾਂ 1500 ਲੈ ਲੈਂਦੇ ਐਗਜ਼ਾਮਪਲ ਜੀ। 1500 ਨੂੰ 2000 ਨਾਲ ਮਲਟੀਪਲਾਈ ਕਰਦੀ ਤਾਂ 30 ਲੱਖ ਰੁਪਈਆ ਮਹੀਨਾ ਬਣਦਾ ਜੀ। ਐਂਡ 12 ਨਾਲ ਮਲਟੀਪਲਾਈ ਕਰਦੀ ਤਾਂ 3 ਕਰੋੜ 60 ਲੱਖ ਬਣਦਾ, ਠੀਕ ਹੈ ਜੀ। ਕੀ ਸਕੂਲ ਦਾ ਇੰਨਾ ਖਰਚਾ ਹੋਏਗਾ ਸਾਲ ਦਾ? ਸੋ ਮੈਂ ਉਹੀ ਤੁਹਾਨੂੰ ਆਉਣਾ ਕਿ ਸਕੂਲ ਅੱਜ ਦੀ ਡੇਟ 'ਚ ਜੋ ਦੇ ਰਹੇ ਨੇ ਸੈਲਰੀਜ਼, ਹਾਥੀ ਦੇ ਦੰਦ ਖਾਣ ਦੇ ਹੋਰ ਤੇ ਖਾਣ ਦੇ ਹੋਰ ਨੇ। ਜੋ ਸੈਲਰੀ ਟੀਚਰ ਨੂੰ ਦਿੱਤੀ ਜਾਂਦੀ ਹੈ, ਦਿਖਾਈ ਜਾਂਦੀ ਹੈ, ਉਹ ਦਿੱਤੀ ਨਹੀਂ ਜਾਂਦੀ, ਠੀਕ ਹੈ। ਜੋ ਐਵਰੇਜ ਟੀਚਰ ਨੂੰ ਸੈਲਰੀ ਦੇ, ਕਿਉਂਕਿ ਹਰ ਫੈਮਿਲੀ ਦੇ ਵਿੱਚ ਕਿਤੇ ਨਾ ਕਿਤੇ ਕੋਈ ਸਕੂਲ ਨਾਲ ਜਾਂ ਕਿਤੇ ਵੀ ਜੁੜਿਆ ਹੋਇਆ, ਪ੍ਰਾਈਵੇਟ ਸੈਗਮੈਂਟ ਦੇ ਜਿੰਨੀ ਐਕਸਪਲੋਇਟੇਸ਼ਨ ਕਿਸੇ ਟੀਚਰ ਦੀ ਹੁੰਦੀ ਜਾਂ ਕਿਸੇ EMPLOYE ਦੀ ਹੁੰਦੀ ਆ, ਉਹ ਕਿਤੇ ਵੀ ਨਹੀਂ ਹੁੰਦੀ। 10,000 15,000 20,000 ਅਸੀਂ ਕਹਿੰਦੇ ਅਸੀਂ ਐਵਰੇਜ ਲੈ ਲੈਂਦੇ ਹਾਂ 25,000 ਨਾਲ। 2000 ਬੱਚੇ ਦੇ ਪਿੱਛੇ ਸਾਨੂੰ 50 ਟੀਚਿੰਗ ਸਟਾਫ ਚਾਹੀਦੇ ਨੇ ਐਂਡ 1500 ਬੱਚੇ ਪਿੱਛੇ ਹੋਰ ਘੱਟ ਗਏ, ਸਾਡੇ ਕੋਲ 40 ਸਟਾਫ ਆ ਗਿਆ ਅਤੇ ਆਪਾਂ 50 ਦੀ ਲੈ ਲੈਂਦੇ ਹਾਂ। ਤੁਸੀਂ ਐਗਜ਼ਾਮਪਲ ਲੈ ਲਓ ਵੀ 25,000 ਦੇ ਨਾਲ ਅਸੀਂ ਲੈ ਲਈਏ, ਠੀਕ ਹੈ, ਸੋ 12.5 ਲੱਖ ਬਣ ਜਾਂਦਾ ਜੀ, ਸਿੱਧਾ ਕੈਲਕੂਲੇਸ਼ਨਸ ਹੈ। ਅਤੇ ਬਾਕੀ ਨਾਨ ਟੀਚਿੰਗ ਸਟਾਫ ਦੀ ਗੱਲ ਕਰ ਲਈਏ ਤਾਂ ਉਹਨਾਂ ਨੂੰ 15,000 ਰੁਪਏ ਸੈਲਰੀ ਵੀ ਮਿਲਦੀ ਹੈ ਅਤੇ 15 ਸਟਾਫ ਮੈਂਬਰ ਉਹ ਵੀ ਨੇ, 15 ਦੇ ਹਿਸਾਬ ਨਾਲ, ਠੀਕ ਹੈ, 6,25,000 ਬਣ ਜਾਂਦਾ। ਅਤੇ ਕਿੰਨਾ ਹੋਊਗਾ ਜੀ? 18-19 ਲੱਖ ਰੁਪਈਆ ਬਣ ਗਿਆ। ਬਟ ਅਸੀਂ ਕਲੈਕਸ਼ਨ ਕਿੰਨੀ ਕਰ ਰਹੇ ਹਾਂ? 30 ਲੱਖ ਰੁਪਈਆ। ਮੈਂ ਕਹਿੰਦਾ ਬਿੱਲ, ਮਹੀਨੇ ਦਾ ਬਿੱਲ ਲੱਖ ਰੁਪਈਆ ਹੋ ਜਾਊਗਾ ਬਿਜਲੀ ਦਾ। ਤੁਸੀਂ ਲੱਖ ਰੁਪਈਆ ਹੋਰ ਐਕਸਪੈਂਸਿਸ ਲਾ ਲਓ, ਠੀਕ ਹੈ ਜੀ, ਸਟੇਸ਼ਨਰੀ ਲਾ ਲਓ ਜਾਂ ਕੁਛ ਵੀ। ਮੈਂ ਵੱਧ ਤੋਂ ਵੱਧ ਖਰਚੇ ਦੀ ਗੱਲ ਕਰ ਰਿਹਾ। ਹਾਲੇ ਤਾਂ ਸਿਰਫ ਟਿਊਸ਼ਨ ਫੀਸ ਦੀ ਗੱਲ ਕੀਤੀ ਹੈ ਐਂਡ ਫਿਰ ਵੀ ਉਹਦੇ ਕੋਲ 8 ਲੱਖ ਰੁਪਈਆ ਮਹੀਨੇ ਦਾ ਬਚ ਰਿਹਾ, ਮਤਲਬ 12/96 ਪ੍ਰੋਫਿਟੇਬਲ ਬਿਜ਼ਨਸ, ਸਿੱਧਾ 96 ਲੱਖ ਰੁਪਈਆ ਸਾਨੂੰ ਬਚ ਗਿਆ। ਮੈਂ ਬਹੁਤ ਹੀ ਉਸ ਲੈਵਲ ਤੱਕ ਚਲਾ ਗਿਆ। ਐਂਡ ਐਵਰੇਜ 1500 ਫੀਸ ਸ਼ਹਿਰੀ ਖੇਤਰ 'ਚ ਦੇਖ ਲਈ ਤਾਂ ਕਿਸੇ ਦੀ ਵੀ ਨਹੀਂ ਹੈਗੀ। ਮਤਲਬ ਜਦੋਂ ਇੱਦਾਂ 2500 3000 3500 ਮਹੀਨੇ ਦੀ ਫੀਸ ਹੈ। ਐਂਡ ਐਨੂਅਲ ਚਾਰजेस 12,000 22,000 35,000 ਹਰ ਸਕੂਲ ਦੇ ਆਪਣੇ ਨੇ, ਠੀਕ ਹੈ ਜੀ। ਉਸ ਤੋਂ ਇਲਾਵਾ ਜਿਹੜੇ ਤੁਸੀਂ ਬਾਕੀ ਚਾਰजेस ਦੀ ਗੱਲ ਕਰੋ, ਅੱਜ ਸਾਡੀ ਆ ਫਲਾਣਾ ਫੰਕਸ਼ਨ ਹੈ ਜੀ, ਬੱਚੇ ਤੁਸੀਂ ਅੱਜ 100 ਰੁਪਏ ਲੈ ਕੇ ਆਏ ਹੋ, ਐਕਟੀਵਿਟੀ ਕਰਨੀ ਆ, ਇਹ ਆ ਉਹ ਆ, ਨੰਬਰ ਆਫ ਇਹੋ ਜਿਹੀਆਂ ਚੀਜ਼ਾਂ ਨੇ ਜਿਨ੍ਹਾਂ ਤੋਂ ਪੈਸਾ ਆਉਂਦਾ, ਠੀਕ ਹੈ। ਖਰਚ ਕਿੰਨਾ ਜਾਂਦਾ? ਅੱਜ ਟ੍ਰਿਪ ਹੀ ਲੈਣਾ ਹੋਵੇ, ਠੀਕ ਹੈ, ਬੱਚੇ 200 ਲੈ ਕੇ ਆਉਣਾ ਜੀ। ਹੁਣ ਉਹਦਾ ਪਰਪਸ ਕੀ ਹੈ? ਮਤਲਬ ਦੇਖੋ, ਇਹ ਚੀਜ਼ਾਂ ਸਾਰੇ ਮਾਂ-ਬਾਪ ਪੇ ਕਰ ਰਹੇ ਨੇ। ਅਸੀਂ ਕਹਿੰਦੇ ਠੀਕ ਹੈ ਬੱਚਾ ਜਾਂਦਾ ਵਾ, ਠੀਕ ਹੈ, ਆਪਣੇ ਫਰੈਂਡਸ ਨਾਲ ਫਨ ਫੇਅਰ ਕਰਦਾ, ਮਾਂ-ਬਾਪ ਵੀ ਨਹੀਂ ਅਸੀਂ ਨੂੰ ਪੇਰੈਂਟਸ ਲਈ ਤਾਂ ਜ਼ਰੂਰੀ ਹੈ, ਪੇਰੈਂਟਸ ਨੇ ਤਾਂ ਕਹਿਣਾ ਹੀ ਹੈ। ਬਿਲਕੁਲ, ਬੱਚੇ ਦੀ ਕਿਤੇ ਨਾ ਕਿਤੇ ਗਰੋਥ ਹੁੰਦੀ ਹੈ, ਉਹਨੂੰ ਕੁਝ ਸਿੱਖਣ ਨੂੰ ਮਿਲਦਾ, ਬਾਹਰ ਜਾਏਗਾ, ਕੋਈ ਗਲਤੀ ਵੀ ਕਰੇਗਾ ਤਾਂ ਵੀ ਸਿੱਖੇਗਾ। ਸਕੂਲ ਲਈ ਉਹ ਬਿਜ਼ਨਸ ਹੈ, ਠੀਕ ਹੈ, ਸਕੂਲ ਲਈ ਉਹ ਬਿਜ਼ਨਸ ਹੈ। ਐਂਡ ਸਕੂਲ ਲਈ ਉਹ ਵੀ ਬਿਜ਼ਨਸ ਹੈ। ਅੱਜ ਯੂਨੀਫਾਰਮ ਜਿਹੜੀ ਹੈ ਤੁਸੀਂ ਸਕੂਲ ਤੋਂ ਲਓਗੇ, ਅੱਜ ਸ਼ੂਜ਼ ਜਿਹੜੇ ਨੇ, ਸੌਕਸਸ ਜਿਹੜੀਆਂ ਨੇ ਤੁਸੀਂ ਸਕੂਲ ਤੋਂ ਲਓਗੇ, ਉਹ ਬੁੱਕਸ ਵੀ ਉਹੀ ਲਗਾਉਂਦੇ ਨੇ, ਐਂਡ ਬੁੱਕਸ ਵੀ ਉਹ ਲਓਗੇ ਜਿਹਦੇ ਤੋਂ ਸਕੂਲ ਦਾ ਟਾਈਟਲ ਜ਼ਰੂਰ ਲੱਗਿਆ ਹੋਵੇ। ਮਤਲਬ ਹਰ ਇੱਕ ਸੈਗਮੈਂਟ ਜਿਹੜਾ ਨਾ ਉਹ ਪਿਓਰਲੀ ਬਿਜ਼ਨਸ ਦੇ ਵਿੱਚ ਖੜਾ ਹੈ। ਐਂਡ ਟਰਾਂਸਪੋਰਟੇਸ਼ਨ ਅੱਜ ਕੱਲ੍ਹ ਸਕੂਲ ਪ੍ਰੋਵਾਈਡ ਕਰ ਰਿਹਾ, ਜਦ ਕਿ ਉਹ ਠੇਕੇ 'ਤੇ ਆ ਕਿਸੇ ਟਰਾਂਸਪੋਰਟਰ ਦੇ ਨਾਲ ਲਈ, ਠੀਕ ਹੈ, ਫੀਸ ਅਸੀਂ ਲੈ ਰਹੇ ਹਾਂ। ਐਂਡ ਉਸ ਵਿਚਾਰੇ ਨੂੰ ਅਸੀਂ ਤਨਖਾਹ ਦੇ ਰਹੇ ਹਾਂ ਜਾਂ ਅਸੀਂ ਪੱਕਾ ਠੱਕਾ ਕੰਮ ਕਰ ਲਿਆ, ਉਹ ਸਾਡੀ ਬਿਜ਼ਨਸ ਹੈ, ਪਿਓਰਲੀ ਬਿਜ਼ਨਸ ਹੈ। ਬਿਲਕੁਲ ਠੀਕ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬੜਾ ਔਖਾ ਮੇਰੇ ਜੀ ਜਿਹੜੀ ਅਸੀਂ ਗੱਲ ਕਰਦੇ ਨਾ, ਦੇਖੋ ਕਹਿਣਾ ਬਹੁਤ ਔਖਾ ਹੈ
ਐਂਡ ਮੈਨੂੰ ਜਦੋਂ ਇਹ ਚੀਜ਼ਾਂ ਕਹਿੰਦੇ ਨੇ ਤਾਂ ਲੋਕ ਕਹਿੰਦੇ ਨੇ ਵੀ ਠੀਕ ਹੈ ਹੀ ਇਜ਼ ਏ ਬਲੈਕਮੇਲਰ, ਠੀਕ ਹੈ ਜੀ, ਇਹ ਤਾਂ ਸ਼ਰਾਰਤੀ ਅਨਸਰ ਨੇ ਜਿਹੜੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ। ਐਂਡ ਮੈਂ ਕਹਿੰਦਾ ਠੀਕ ਹੈ ਮੈਂ ਗੁੰਮਰਾਹ ਕਰ ਰਿਹਾ। ਐਗਜ਼ਾਮਪਲ ਤੁਸੀਂ ਸਾਰੇ ਜਿਹੜੇ ਇਸ ਚੀਜ਼ ਨੂੰ ਕੈਲਕੂਲੇਟ ਕਰਕੇ ਦੇਖ ਲਓ, ਪੜ੍ਹੇ ਲਿਖੇ ਮਾਂ ਬਾਪ ਜਿਹੜੇ ਘੱਟ ਪੜ੍ਹੇ ਲਿਖੇ ਵੀ ਉਹ ਵੀ ਕੈਲਕੂਲੇਸ਼ਨ ਕਮੈਂਟ 'ਚ ਕਰ ਲੈਣਗੇ। ਐਂਡ ਉਹਦੀ ਐਗਜ਼ਾਮਪਲ ਦਿੰਦਾ ਮੈਂ ਤੁਹਾਨੂੰ। ਮੇਰੇ ਕੋਲ ਕੁਝ ਪੇਪਰਸ ਨੇ, ਅਸੀਂ ਇੱਕ ਸਕੂਲ ਤੋਂ ਵਿਦ ਸਟੈਂਪ ਲਏ ਸੀ, ਸੋ ਆਈ ਵਿਲ ਸ਼ੋ ਯੂ। ਇਹਦੇ ਵਿੱਚ 26 ਹੈਡ ਲਿਖੇ ਨੇ ਜਿਹੜੇ ਐਨੂਅਲ ਚਾਰਜਸ ਦੇ ਨੇ, ਜਿਹੜੇ ਐਨੂਅਲ ਚਾਰਜਸ ਲਏ ਜਾਂਦੇ ਨੇ ਉਹਦੇ 26 ਹੈਡ ਨੇ। ਐਂਡ ਤੁਸੀਂ ਹੈਰਾਨ ਹੋਵੋਗੇ ਕਿ ਇੱਕ ਨਰਸਰੀ 'ਚ ਪੜ੍ਹਨ ਵਾਲੇ ਬੱਚੇ ਨੂੰ 100 ਰੁਪਈਆ ਮੈਗਜ਼ੀਨ ਦਾ ਲੱਗ ਰਿਹਾ। ਨਰਸਰੀ 'ਚ ਪੜ੍ਹਨ ਵਾਲਾ ਬੱਚਾ ਮੈਗਜ਼ੀਨ ਕਿੱਦਾਂ ਦਾ ਪੜ੍ਹੇਗਾ ਜੀ? ਔਰ ਪੇ ਸਾਰਿਆਂ ਨੂੰ ਕਰਨੇ ਪੈਣੇ ਨੇ। ਐਂਡ ਸਾਰੇ ਹੈਡਸ ਹੋਣ ਦੇ ਬਾਵਜੂਦ ਇੱਕ ਕਾਲਮ ਇਹਦੇ ਵਿੱਚ ਲਿਖਿਆ ਜੀ ਮਿਸਲੇਨੀਅਸ, ਦੈਟ ਇਜ਼ ਕਾਲਡ ਮਿਸਲੇਨੀਅਸ। ਆਲਤੂ ਫਾਲਤੂ ਵਾਧੂ ਚਾਰਜਰ 1000 ਰੁਪਈਆ ਲਿਖ ਦਿੱਤਾ ਗਿਆ। ਸਾਰੇ ਚਾਰਜਰ ਲੈਣ ਦੀ ਬਜਾਏ ਫਿਰ 1000 ਰੁਪਈਆ ਮਿਸਲੇਨੀਅਸ, ਮਤਲਬ ਹਲੇ ਸਾਡੇ ਖਰਚੇ ਹੋਰ ਬਚ ਗਏ, ਠੀਕ ਹੈ। ਸੋ ਮੈਂ ਮਤਲਬ ਹੈਰਾਨ ਆ ਕਿ ਤੁਸੀਂ ਮਤਲਬ ਯਕੀਨ ਨਹੀਂ ਕਰੋਗੇ ਕਿ ਦੂਸਰੀ ਕਲਾਸ ਵਾਲਾ ਬੱਚਾ ਕਿਹੜੀ ਸਾਇੰਸ ਲੈਬ ਯੂਜ਼ ਕਰਦਾ ਜੀ। ਇਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੈ, ਕੋਈ ਇਹੋ ਜਿਹਾ ਲਾਅ ਨਹੀਂ ਹੈ ਅੱਜ ਤੱਕ। ਸਭ ਕੁਛ ਹੈਗਾ ਜੀ, ਸਭ ਕੁਛ ਹੈਗਾ। ਤੁਸੀਂ ਟਿਊਸ਼ਨ, ਮੈਂ ਤੁਹਾਨੂੰ ਦੱਸ ਦਿੰਦਾ, ਟਿਊਸ਼ਨ ਫੀਸ ਦੀ ਗੱਲ ਕੀਤੀ ਆ, ਇਹ ਇੱਕ ਲਿਸਟ ਹੈ, ਮੇਰੀ ਨਹੀਂ ਆ, ਇਹ ਕਿਸੇ ਸਕੂਲ ਤੋਂ ਲਈ ਹੋਈ ਆ, ਸਕੂਲ ਦੀ ਸਟੈਂਪ ਨਾਲ ਪ੍ਰਿੰਸੀਪਲ ਦੀ ਸਟੈਂਪ ਲੱਗੀ ਹੋਈ। ਟਿਊਸ਼ਨ ਫੀਸ ਦੀ ਤੁਸੀਂ ਗੱਲ ਕੀਤੀ ਸੀ, ਇਹਦੇ ਵਿੱਚ ਟਿਊਸ਼ਨ ਫੀਸ ਜਿਹੜੀ ਆ ਜੋ ਦਿਖਾਈ ਜਾਂਦੀ ਪੇਰੈਂਟਸ ਕੋਲੋਂ ਲਈ ਜਾਂਦੀ ਹੈ ਉਹ 1370 ਹੈ। ਐਗਜ਼ਾਮਪਲ ਜੀ, ਇਹ ਇੱਕ ਉਹ ਸਕੂਲ ਹੈ ਜਿਹੜਾ ਕੋਈ ਸਾਡੀ ਨਾ ਕਮਿਊਨਿਟੀ ਸਰਵਿਸਿਜ਼ ਜਿਸ ਤਰ੍ਹਾਂ ਕਹਦੀ ਵੀ SGPC ਰਨ ਕਰ ਰਹੀ ਹੈ ਜਾਂ ਕੋਈ ਇਹਨਾਂ ਦਾ ਸਕੂਲ ਹੈ, ਠੀਕ ਹੈ, ਕਿਤੇ ਨਾ ਕਿਤੇ ਉਹ ਫੰਡਿੰਗ ਥੋੜ੍ਹੀ ਬਹੁਤ ਕਰਦੇ, ਮੈਂ ਉਹਦੀ ਗੱਲ ਕਰ ਰਿਹਾ। 1370 ਰੁਪਏ ਫੀਸ ਹੈ ਇਹਦੀ ਐਗਜ਼ਾਮਪਲ, ਬਟ ਐਕਚੁਅਲ ਟਿਊਸ਼ਨ ਫੀਸ 870 ਰੁਪਏ ਹੈ। ਅੱਛਾ, ਬਾਕੀ ਦਾ ਫਾਲਤੂ ਚਾਰਜ। ਟਿਊਸ਼ਨ ਫੀਸ ਦੇ ਵਿੱਚ ਵੀ ਇੱਕ ਟਿਊਸ਼ਨ ਫੀਸ ਹੈ। ਐਂਡ ਮਤਲਬ ਇਹੀ ਚੀਜ਼ਾਂ ਜਿਹੜੀਆਂ ਨੇ, ਕਿਉਂਕਿ ਅਸੀਂ ਖਾਣ ਵਾਸਤੇ ਆਪਣੀਆਂ ਚੋਰ ਮੋਰੀਆਂ ਬਹੁਤ ਬਣਾਈਆਂ ਹੋਈਆਂ ਨੇ, ਐਂਡ ਇਹ ਦੇਣ ਨੂੰ ਤਿਆਰ ਨਹੀਂ ਕੋਈ ਵੀ। ਸਾਨੂੰ ਮਾਂ ਬਾਪ ਨੂੰ ਜੋ ਪੁੱਛਣ ਜਾਂਦੇ ਨਹੀਂ ਜੀ ਅਸੀਂ ਨਹੀਂ ਦੇਵਾਂਗੇ। ਕੋਈ ਵੀ ਮਾਂ ਬਾਪ ਪੁੱਛ ਲੈ ਦੱਸੋ ਜੀ ਸਾਨੂੰ ਐਨੂਅਲ ਚਾਰਜਸ ਕਿਸ ਚੀਜ਼ ਦੇ ਨੇ। ਐਂਡ ਜਲੰਧਰ ਦੀ ਮੈਂ ਐਗਜ਼ਾਮਪਲ ਦੇ ਦੇਣਾ, ਜਲੰਧਰ 'ਚ ਇੱਕ ਪੇਰੈਂਟਸ ਨੇ ਇੱਕ ਪੁੱਛਿਆ ਸੀ ਕਿ ਮੈਨੂੰ ਦੱਸਿਆ ਜਾਵੇ ਐਨੂਅਲ ਚਾਰਜਸ ਕਿਸ ਚੀਜ਼ ਦੇ ਨੇ, ਅਤੇ ਉਸ ਪੇਰੈਂਟਸ ਦੇ ਬੱਚੇ ਨੂੰ ਉਹਨਾਂ ਨੇ ਐਕਸਪਲੋਇਟ ਕਰਨਾ ਸ਼ੁਰੂ ਕਰਤਾ। ਉਸ ਬੱਚੇ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤਾ, ਕਦੀ ਉਹਨੂੰ ਲਾਇਬ੍ਰੇਰੀ 'ਚ ਬਿਠਾਉਣਾ, ਕਦੀ ਉਹਨੂੰ ਸਟਾਫ ਰੂਮ 'ਚ ਬਿਠਾਉਣਾ, ਕਦੀ ਕੁਛ ਕਰਨਾ। ਇੰਨੀ ਹਰਾਸਮੈਂਟ ਕੀਤੀ ਗਈ। ਮਤਲਬ ਇੱਕ ਕੁਐਸਚਨ ਪੁੱਛ ਲਈਏ ਅਸੀਂ ਕਿ ਟਿਊਸ਼ਨ ਫੀਸ ਕੀ ਹੈ, ਬਿਲਕੁਲ, ਜਾਂ ਮੈਨੇਜਮੈਂਟ ਨੂੰ ਕੁਝ ਵੀ ਪੁੱਛ ਲਈਏ ਤੇ ਉਹਦਾ ਜਿਹੜੀ ਹਰਾਸਮੈਂਟ ਬੱਚੇ ਨੂੰ ਹੋਏਗੀ। ਬਿਲਕੁਲ ਜੀ, ਕਿਉਂ ਦੇਖੋ ਉਹ ਇੱਕ ਐਸੀ ਚੀਜ਼ ਹੈਗੀ ਹੈ ਜਿਹਨੂੰ ਲੈ ਕੇ ਤੁਸੀਂ ਕੁਝ ਵੀ ਕਰ ਸਕਦੇ ਹੋ। ਦੇਖੋ ਉਹਨਾਂ ਨੇ ਉਹ ਵੀਕ ਪੁਆਇੰਟ ਫੜ ਲਿਆ, ਕਿਉਂਕਿ ਹਰ ਬੱਚਾ ਪੇਰੈਂਟਸ ਜਿਹੜਾ ਵਾ ਬੱਚੇ ਦੇ ਨਾਲ ਜੁੜਿਆ, ਉਹਦੀ ਹਰ ਚੀਜ਼ ਖੁਆਇਸ਼ ਪੂਰੀ ਕਰਨ ਨੂੰ ਤਿਆਰ ਹੈ। ਐਂਡ ਕਦੀ ਮਾਂ ਬਾਪ ਨਹੀਂ ਚਾਹੁੰਦਾ ਕਿ ਉਹਦੀ ਜਿਹੜੀ ਹਰਾਸਮੈਂਟ ਕੀਤੀ ਜਾਵੇ। ਪੇਰੈਂਟਸ ਤਾਂ ਆਪਣੀ ਕੈਪੈਸਿਟੀ ਨਾਲ ਵੱਧ ਕਰਨਗੇ। ਬਿਲਕੁਲ। ਐਂਡ ਇੱਥੇ ਮੈਂ ਗੱਲ ਕਹਾਂਗਾ ਵੀ ਕਿਹੜੇ ਲਾਅ ਦੀ ਬ੍ਰੀਚ ਕੀਤੀ ਜਾ ਰਹੀ ਆ। ਅਗਰ ਉਹ ਹਰਾਸਮੈਂਟ ਹੁੰਦੀ ਹੈ ਤਾਂ ਉਹਦੇ ਉੱਤੇ ਵੀ ਇੱਕ ਲਾਅ ਹੈ, ਜੁਵੀਨਾਈਲ ਜਸਟਿਸ ਐਕਟ ਸੈਕਸ਼ਨ 75 ਦੀ ਬ੍ਰੀਚ ਹੈ। RTE ਐਕਟ 2009 ਉਹਦਾ ਸੈਕਸ਼ਨ 16 ਦੀ ਬ੍ਰੀਚ ਹੈ। ਪਰ ਉਹ ਪ੍ਰੂਵ ਕਿੱਦਾਂ ਹੋਏਗਾ ਕਿ ਉਹਨੂੰ ਹਰਾਸਮੈਂਟ ਕੀਤੀ ਹੈ ਜਾਂ ਨਹੀਂ ਕੀਤੀ ਹੈ? ਫਿਰ ਇਹ ਕੁਐਸਚਨ ਹੈ। ਬਿਲਕੁਲ ਜੀ, ਦੇਖੋ ਕਿਸੇ ਬੱਚੇ ਦੀ ਕਾਪੀ ਨਾ ਚੈੱਕ ਕਰਨਾ ਦੈਟ ਇਜ਼ ਕਾਲਡ ਹਰਾਸਮੈਂਟ। ਬਾਕੀ ਸਾਰਿਆਂ ਚੈੱਕ ਕਰ ਲਓ, ਤੁਸੀਂ 20 ਬੱਚੇ ਆ ਬਾਕੀ ਚੈੱਕ ਕਰ ਲਓ, ਉਨੀਆਂ ਦੀ ਉਹਦੀ ਨਾ ਕਰੋ। ਪਰ ਜਦੋਂ ਸਕੂਲ ਇਸ ਤਰ੍ਹਾਂ ਦੀ ਹਰਕਤ ਕਰਦਾ ਹੋਏਗਾ ਤੇ ਉਹ ਪ੍ਰੂਫ ਵੀ ਤਾਂ ਮਿਟਾਏਗਾ ਨਾ। ਬਿਲਕੁਲ ਮਿਟਾਏਗਾ, ਕੋਸ਼ਿਸ਼ ਪੂਰੀ ਹੈ ਜੀ। ਕੋਈ ਇਹੋ ਜਿਹਾ ਕੇਸ ਹੋਇਆ ਨੇ? ਬਿਲਕੁਲ ਹੈਗਾ ਜੀ। ਇਸ ਟਾਈਮ ਜਲੰਧਰ ਦੇ ਉਹਦੇ ਤੇ ਐਕਸ਼ਨ ਵੀ ਹੋਇਆ ਕੋਈ ਕਿ ਨਹੀਂ? ਮੈਂ ਦੱਸ ਰਿਹਾ, ਇਸ ਟਾਈਮ ਜਲੰਧਰ ਦੇ ਵਿੱਚ ਉਹ ਕੇਸ ਉਹ ਪੇਰੈਂਟਸ ਪਿਛਲੇ 2.5 ਸਾਲ ਤੋਂ ਲੜ ਰਿਹਾ ਜੀ। ਐਂਡ ਰੋਜ਼ ਉਹ ਕਚਹਿਰੀਆਂ ਦੇ ਚੱਕਰ ਲਾਉਂਦਾ। ਐਂਡ ਉਹਨੂੰ ਲੀਡ ਕੌਣ ਕਰ ਰਿਹਾ? ਉਸ ਕੇਸ ਨੂੰ ਸਾਡੇ ਡਿਪਟੀ ਕਮਿਸ਼ਨਰ ਜਲੰਧਰ ਲੀਡ ਕਰ ਰਹੇ ਨੇ, ਹੁਣ ਵਾਲੇ ਵੀ, ਪਹਿਲਾਂ ਵਾਲੇ ਵੀ ਸੀ, ਐਂਡ ਉਦੋਂ ਪਹਿਲਾਂ ਵਾਲੇ ਵੀ ਸੀ। ਪਰ ਕੋਈ ਫੈਸਲਾ ਕੋਈ ਨਹੀਂ ਅੱਜ ਤੱਕ। ਐਂਡ ਜਦ ਕਿ ਡਿਪਟੀ ਕਮਿਸ਼ਨਰ ਜਲੰਧਰ ਦੇ ਇਕੱਲੇ ਡਿਪਟੀ ਕਮਿਸ਼ਨਰ ਨਹੀਂ, ਕਿਸੇ ਵੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਹੀਂ ਹੈ, ਉਹ ਫੀਸ ਕਮੇਟੀ ਦੇ ਚੇਅਰਮੈਨ ਵੀ ਨੇ, ਜਿਹੜੇ ਕਿ ਫੈਸਲਾ ਕਰ ਸਕਦੇ ਨੇ। ਦੋਨੋਂ DOs ਜਿਹੜੇ ਨੇ ਉਸ ਫੀਸ ਕਮੇਟੀ ਦੇ ਮੈਂਬਰ ਨੇ। DO ਸੈਕੰਡਰੀ ਜਿਹੜੇ ਨੇ ਉਹਦੇ ਮੈਂਬਰ ਸੈਕਟਰੀ ਹੁੰਦੇ ਨੇ। ਸਭ ਕੁਝ ਹੈਗਾ ਜੀ, ਕਾਨੂੰਨ ਸਾਰਾ ਕੁਝ ਹੈਗਾ, ਪਰ ਕਾਨੂੰਨ ਨੂੰ ਲਿਆਏਗਾ ਕੌਣ? ਫਿਰ ਗੱਲ ਉੱਥੇ ਆ ਖਤਮ ਹੁੰਦੀ। ਕਾਨੂੰਨ ਬਣਾਉਣਾ ਤੇ ਕਾਨੂੰਨ ਨੂੰ ਇੰਪਲੀਮੈਂਟ ਕਰਨਾ ਦੋਨੇ ਵੱਖਰੀਆਂ। ਇੱਕ DO ਦੇ ਕੋਲ ਇੰਨੀ ਪਾਵਰ ਹੈ ਕਿ ਅਗਰ ਉਹ ਲਿਖ ਕੇ ਦੇ ਦੇ ਵੀ ਇਸ ਸਕੂਲ ਨੇ ਗਲਤ ਕੰਮ ਕੀਤਾ ਹੈ ਐਂਡ ਇਹਦੇ 'ਤੇ ਇੱਕ ਕ੍ਰਿਮੀਨਲ ਕੇਸ ਲੌਂਚ ਕੀਤਾ, ਕਿਉਂਕਿ ਜੁਵੀਨਾਈਲ ਜਸਟਿਸ ਐਕਟ ਜਿਹੜਾ ਨਾ ਉਹਦੇ ਵਿੱਚ ਉਹ ਇੱਕ ਕ੍ਰਿਮੀਨਲ ਐਕਟ ਵੱਲ ਜਾਂਦਾ, ਉਹਦੇ ਵਿੱਚ ਪੈਨਲਟੀ ਵੀ ਆ ਤੇ ਸਜ਼ਾ ਵੀ ਆ। ਪਰ ਹੋਣੀ ਨਹੀਂ ਉਹ, ਠੀਕ ਹੈ ਜੀ। ਪ੍ਰੋਬਲਮ ਤਾਂ ਇਹੀ ਹੈ ਨਾ, ਮਾਂ ਬਾਪ ਜਦੋਂ ਜਾਏਗਾ ਉਹਨੂੰ ਡਰਾਤਾ ਜਾਏਗਾ ਅਸੀਂ ਤੁਹਾਡੇ ਨਾਲ ਇੱਦਾਂ ਕਰ ਲਾਂਗੇ ਉੱਦਾਂ ਕਰ ਲਾਂਗੇ। ਐਂਡ ਹੁਣ ਵੀ ਇਹੀ ਚੀਜ਼ ਹੋ ਰਹੀ ਆ। ਐਂਡ ਪਿਛਲੇ ਦਿਨਾਂ ਦੇ ਵਿੱਚ ਡਿਪਟੀ ਕਮਿਸ਼ਨਰ ਆਫਿਸ ਦੇ ਵਿੱਚ ਉਹ ਐਲੋਕੇਟ ਕੀਤਾ ਗਿਆ ਕੇਸ ਅਸਿਸਟੈਂਟ ਕਮਿਸ਼ਨਰ ਨੂੰ। ਐਂਡ ਉੱਥੇ ਜਦੋਂ ਪੇਰੈਂਟਸ ਅੰਦਰ ਗਿਆ, ਪੇਰੈਂਟਸ ਨਾਲ NGO ਗਈ ਐਂਡ ਪੇਰੈਂਟਸ ਐਸੋਸੀਏਸ਼ਨ ਗਈ,
ਤੇ ਉਸ ਅਸਿਸਟੈਂਟ ਕਮਿਸ਼ਨਰ ਸਾਹਿਬ ਵੱਲੋਂ ਕਹਿਤਾ ਗਿਆ ਜੀ ਅਸੀਂ ਇਕੱਲੇ ਬੱਚੇ ਦੇ ਪੇਰੈਂਟਸ ਨਾਲ ਗੱਲ ਕਰਾਂਗੇ, ਬਾਕੀ ਰੈਸਟ NGOs ਨਹੀਂ ਆਉਣਗੀਆਂ ਗੁੰਡਾਗਰਦੀ ਬਿਕੋਜ਼ ਆਫ, ਕਿਉਂਕਿ NGOs ਉਸ ਚੀਜ਼ ਲਈ ਲੜ ਰਹੀਆਂ ਨੇ, ਕਿਉਂਕਿ ਹਰ ਪੇਰੈਂਟਸ ਇਹਨਾਂ ਅਵੇਅਰ ਨਹੀਂ ਹੈਗਾ, ਠੀਕ ਹੈ। ਪਰ ਉਹ ਕਹਿੰਦੇ ਨਹੀਂ, ਐਂਡ 6 ਬੰਦੇ ਸਕੂਲ ਦੇ ਬੈਠੇ ਨੇ, 3 ਜਿਹੜੇ ਨੇ ਉਹ ਐਡਮਿਨਿਸਟ੍ਰੇਸ਼ਨ ਦੇ ਬੈਠੇ ਹੋਏ ਨੇ, ਪੇਰੈਂਟਸ ਇਕੱਲਾ ਗੱਲ ਹੀ ਨਹੀਂ ਕਰ ਸਕਦਾ। ਫਿਰ ਸੋ ਕਿੱਥੋਂ ਤੁਸੀਂ ਦੇ ਦੋਗੇ ਇਨਸਾਫ? ਸਕੂਲ ਦੇ ਵਿੱਚ ਹਮੇਸ਼ਾ ਪੇਰੈਂਟਸ ਨੂੰ ਇੱਕ ਡਰ ਹੁੰਦਾ ਹੈ ਕਿਉਂਕਿ ਉਹਨਾਂ ਦਾ ਬੱਚਾ ਪੜ੍ਹਦਾ ਹੈਗਾ। ਬਿਲਕੁਲ ਬੇਬਾਕ ਗੱਲ ਨਹੀਂ ਹੋ ਸਕਦੀ। ਬਿਲਕੁਲ ਜੀ, ਇਹਦਾ ਇਫੈਕਟ ਬੱਚੇ ਤੇ ਕੁਝ ਬਿਲਕੁਲ ਇਹਦਾ ਮੈਂਟਲ ਸਟ੍ਰੈਸ ਉਸੇ ਟਾਈਮ ਇੱਕ ਬੰਦੇ ਦੇ ਉੱਤੇ ਹੋਏਗਾ। ਦੇਖੋ 10 ਬੰਦਿਆਂ 'ਚ ਇੱਕ ਬੰਦਾ ਘਿਰਿਆ ਹੋਏਗਾ ਤਾਂ ਉਹਨੂੰ ਹੋਏਗਾ ਵੀ ਯਾਰ ਸ਼ਾਇਦ ਮੈਨੂੰ ਇਹ ਗਲਤ ਪੁੱਛ ਲੇਗਾ, ਇਹਨੂੰ ਪੁੱਛ। ਜੇ ਇੱਕ ਟਾਈਮ ਤਾਂ ਤੁਸੀਂ 2 ਜਣੇ ਉੱਤੇ ਹਾਵੀ ਹੋ ਜਾਓਗੇ, ਸਵਾਲ ਪੁੱਛੋ ਯਾਰ, ਬੰਦਾ ਕੀ ਕਰੇਗਾ? ਬਿਲਕੁਲ। ਐਂਡ ਇਹ ਇੱਕ ਰੀਅਲ ਐਗਜ਼ਾਮਪਲਸ ਨੇ, ਐਸੀ ਗੱਲ ਨਹੀਂ ਹੈ ਕਿ ਨਹੀਂ ਹੋ ਰਿਹਾ। ਐਂਡ ਉਹਦੇ ਉੱਤੇ ਕ੍ਰਿਮੀਨਲ ਐਕਟੀਵਿਟੀਜ਼, ਇਹ ਚੀਜ਼ਾਂ ਸਾਰੀਆਂ ਪੁਲਿਸ ਪ੍ਰਸ਼ਾਸਨ ਜਿਹੜਾ ਵਾ ਉਹ ਇਮੀਡੀਏਟ ਇਸ ਵੱਲ ਨੂੰ ਆ ਜਾਂਦਾ ਵੀ ਹਾਂਜੀ ਇੱਥੇ ਕ੍ਰਿਮੀਨਲ ਐਕਟੀਵਿਟੀ ਹੋਈ ਹੈ, ਜਦ ਕਿ ਇਹ ਕੇਸਿਸ ਜਿਹੜੇ ਸਿਵਲ ਦੇ ਨੇ, ਡਿਪਟੀ ਕਮਿਸ਼ਨਰ ਫੀਸ ਕਮੇਟੀ ਦੇ ਚੇਅਰਮੈਨ ਨੇ, ਠੀਕ ਹੈ। ਇਹ ਜੀ ਕਿਸੇ ਸਕੂਲ ਨੂੰ ਦਿੱਕਤ ਆ ਤਾਂ ਉਸ ਕਮੇਟੀ ਕੋਲ ਜਾਵੇ, ਪੇਰੈਂਟਸ ਨੂੰ ਦਿੱਕਤ ਆ ਉਸ ਕਮੇਟੀ ਕੋਲ ਜਾਵੇ। ਪਰ ਸਕੂਲਸ ਕੀ ਕਰ ਰਹੇ ਨੇ? ਸਿੱਧੇ ਪੁਲਿਸ ਪ੍ਰਸ਼ਾਸਨ ਦੇ ਕੋਲ ਜਾਂਦੇ ਨੇ। ਕਦੀ ਵੀ ਨਹੀਂ ਡਿਪਟੀ ਕਮਿਸ਼ਨਰ ਕੋਲ ਜਾਂਦੇ, ਉਹ ਕਦੀ ਵੀ ਨਹੀਂ ਜਾਂਦੇ ਜੀ। ਨਾ ਬਣਦਾ ਉੱਥੇ ਕੁਛ ਹੈ ਤੇ ਨਾ ਉੱਥੇ ਕੁਛ। ਬਿਲਕੁਲ। ਸੋ ਇਸ ਕਰਕੇ ਦੇਖੋ ਸਾਡਾ ਸਿਸਟਮ ਜਿਹੜਾ ਨਾ, ਬਹੁਤ ਸਾਰੇ ਲਾਜ਼ ਨੇ। ਆ ਹੁਣ ਹਾਈ ਕੋਰਟ ਦੇ ਆਰਡਰ ਆਏ ਨੇ, ਐਗਜ਼ਾਮਪਲ ਮੈਂ ਦਿਖਾਉਣਾ ਚਾਹੁੰਦਾ ਜੀ। ਆਰਡਰ ਦੇਖੋ ਜਿਹੜਾ ਮਾਨਯੋਗ ਹਾਈ ਕੋਰਟ ਦਾ 1 ਅਕਤੂਬਰ ਨੂੰ ਜਿਹੜਾ ਫੈਸਲਾ ਹੋਇਆ ਕਿ ਸਕੂਲ ਸਿਰਫ ਓਨਲੀ ਟਿਊਸ਼ਨ ਫੀਸ ਜਿਹੜੀ ਆ ਉਹ ਚਾਰਜ ਕਰ ਸਕਦੇ ਨੇ ਵਰਚੁਅਲ ਕਲਾਸਿਸ ਜਿਨ੍ਹਾਂ ਨੇ ਰੈਗੂਲਰ ਡੇ ਬਾਈ ਡੇ ਬੇਸਿਸ ਤੇ ਲਗਾਈਆਂ ਨੇ। ਵਰਚੁਅਲ ਕਲਾਸਿਸ ਦੀ ਕੋਈ ਡੈਫੀਨੇਸ਼ਨ ਵੀ ਦਿੱਤੀ ਕਿ ਨਹੀਂ? ਬਿਲਕੁਲ, ਵਰਚੁਅਲ ਕਲਾਸਿਸ ਜਿਹਦੇ ਵਿੱਚ ਐਕਚੁਅਲ ਕਲਾਸ ਕੀ ਹੈ ਵੀ ਟੀਚਰ ਬੱਚਿਆਂ ਨਾਲ ਡਾਇਰੈਕਟਲੀ ਇੰਟਰੈਕਟ ਹੋ ਰਿਹਾ। WhatsApp ਨੂੰ ਕੰਸੀਡਰ ਕਰਨਗੇ? ਨੋ ਕੰਸੀਡਰੇਸ਼ਨਸ। ਮਤਲਬ ਟੀਚਰ ਦੀ ਆਵਾਜ਼ ਬੱਚੇ ਨੂੰ ਸੁਣ ਰਹੀ, ਬੱਚੇ ਦੀ ਆਵਾਜ਼ ਟੀਚਰ ਨੂੰ ਸੁਣ ਰਹੀ, ਕੁਐਸਚਨ ਜਿਹਦੇ ਵਿੱਚ ਐਕਚੁਅਲ ਇੰਟਰੈਕਸ਼ਨਸ, ਠੀਕ ਹੈ। ਜਸਟ ਇਹ ਹੋਈ ਹੈ ਕਿ ਉਹ ਆਨਲਾਈਨ ਹੋ ਰਹੀ ਹੈ, ਠੀਕ ਹੈ। ਬਟ ਲਾਈਕ ਐਜ਼ ਏ ਕਲਾਸ, ਜਿਹਨਾਂ ਸਕੂਲਾਂ ਨੇ WhatsApp ਤੇ ਪੜਾਇਆ ਉਹ ਨਹੀਂ ਕੰਸੀਡਰ? ਨਹੀਂ, ਉਹ ਨਹੀਂ ਚਾਰਜ ਕਰ ਸਕਦੇ। ਉਹ ਟਿਊਸ਼ਨ ਫੀਸ ਨਹੀਂ ਲੈ ਸਕਦੇ। ਟਿਊਸ਼ਨ ਫੀਸ ਤੋਂ ਇਲਾਵਾ ਕੋਈ ਵੀ ਚਾਰजेस ਨਹੀਂ ਲੈ ਸਕਦੇ। ਇਹਦੇ ਵਿੱਚ ਤਾਂ ਟਿਊਸ਼ਨ ਫੀਸ ਉਹਨਾਂ ਨੂੰ ਕਿਹਾ ਵਾ ਜਿਨ੍ਹਾਂ ਨੇ ਆਨਲਾਈਨ ਕਲਾਸਿਸ ਐਕਚੁਅਲ 'ਚ ਦਿੱਤੀਆਂ ਨੇ ਐਂਡ ਡੇ ਬਾਈ ਡੇ ਬੇਸਿਸ ਤੇ। ਇਹ ਨਹੀਂ ਹੈ ਕਿ ਇੱਕ ਦਿਨ ਅਸੀਂ ਆਨਲਾਈਨ ਕਲਾਸ ਲੈ ਲਈ ਹੈ, ਬਾਕੀ ਦਿਨ ਅਸੀਂ ਮਤਲਬ WhatsApp ਤੇ ਭੇਜਤਾ ਤੇ ਦੇ ਕੈਨ ਸੇ ਨੋ ਫਾਰਮੈਲਿਟੀ। ਡੇ ਬਾਈ ਸਪੈਸ਼ਲੀ ਲਿਖਿਆ ਜਿਹਦੇ ਵਿੱਚ, ਇਹਦੇ ਵਿੱਚ ਸਪੈਸ਼ਲ ਲਿਖਿਆ ਹੈ ਕਿ we direct that tuition fees would be charged only if the students are offered online classes on day-to-day basis during lockdown period. It is very much clear. School cannot charge transportation. मतलब only tuition fees ਦੀ ਗੱਲ ਕਰਤੀ ਕਿਸੇ ਵੀ ਚੀਜ਼ ਦੀ। ਇਹ ਜਿਹੜਾ ਲਾਅ ਹੈ ਇਹ 1 ਅਕਤੂਬਰ 2020 ਨੂੰ ਆਇਆ। 1 ਅਕਤੂਬਰ 2020 ਨੂੰ ਇਹ LPA ਇੱਕ ਅਪੀਲ ਚੱਲ ਰਹੀ ਹੈ, LPA 409/2020। ਸਕੂਲਾਂ ਨੇ ਇੱਕ ਕੇਸ ਕੀਤਾ ਸੀਗਾ, ਠੀਕ ਹੈ, ਗਵਰਨਮੈਂਟ ਦੇ ਉੱਤੇ ਕਿ ਅਸੀਂ ਸਾਰੇ ਕੁਝ ਲੈਣਾ ਹੈ। ਤੇ ਉਹਦੇ ਵਿੱਚ ਜਿਹੜਾ 30 ਜੂਨ ਨੂੰ ਫੈਸਲਾ ਆਇਆ ਸੀ, ਉਹਦੇ ਉੱਤੇ ਇੱਕ ਅਪੀਲ ਸੀਗੀ ਤੇ ਅਪੀਲ ਦੀ ਸੁਣਵਾਈ 'ਚ ਡਬਲ ਬੈਂਚ ਨੇ ਇਹ ਫੈਸਲਾ ਦਿੱਤਾ। ਇੰਟੈਰਿਮ ਆਰਡਰ ਹੈ, ਯਾਨੀ ਕਿ 1 ਅਪ੍ਰੈਲ ਤੋਂ ਲੈ ਕੇ 30 ਅਕਤੂਬਰ ਤੱਕ ਦੀ ਫੀਸ ਤਾਂ ਹੀ ਚਾਰਜ ਕਰਨਗੇ ਜੇ ਵਰਚੁਅਲ ਕਲਾਸਿਸ ਉਹਨੇ ਦਿੱਤੀਆਂ ਹੋਈਆਂ। ਬਿਲਕੁਲ। ਇਹ 1 ਅਕਤੂਬਰ ਤੋਂ ਬਾਅਦ ਲਾਗੂ ਹੋਏਗਾ? ਨਹੀਂ ਜੀ, ਇਹ ਤਾਂ ਕਿਉਂਕਿ ਕੇਸ ਤਾਂ ਪਹਿਲਾਂ ਦਾ ਚੱਲ ਰਿਹਾ ਨਾ। ਠੀਕ ਹੈ, ਇਹ ਲਾਕਡਾਊਨ ਦਾ ਬਿਲਕੁਲ ਲਾਕਡਾਊਨ ਪੀਰੀਅਡ ਦੀ ਗੱਲ ਕੀਤੀ ਜਾ ਰਹੀ। ਸੋ ਬਹੁਤ ਹੀ ਕਲੀਅਰ ਚੀਜ਼ਾਂ ਨੇ। ਪਰ ਮੈਂ ਇਹ ਗੱਲ ਕਹਾਂ, ਤੁਸੀਂ ਮੈਨੂੰ ਸਵਾਲ ਇਸ ਪ੍ਰੋਗਰਾਮ 'ਚ ਕੀਤਾ ਸੀ ਵੀ ਕਾਨੂੰਨ ਕਿੱਥੇ ਖੜਦਾ, ਐਂਡ ਮੇਰੇ ਖਿਆਲ ਨਾਲ ਕਿਸੇ ਵੀ ਸਟੇਟ ਦੇ ਵਿੱਚ ਜਿਹੜਾ ਵਾ ਕਾਨੂੰਨ ਹਾਈ ਕੋਰਟ ਤੋਂ ਉੱਪਰ ਤਾਂ ਨਹੀਂ ਹੈਗਾ। ਸਟੇਟ ਦੇ ਲਈ ਹਾਈ ਕੋਰਟ ਹੀ ਸੁਪਰੀਮ ਹੈ ਜੀ, ਠੀਕ ਹੈ। ਜੇ ਕਿਸੇ ਸੁਣਵਾਈ ਨਹੀਂ ਹੁੰਦੀ ਉਹ ਹਾਈ ਕੋਰਟ 'ਚ ਜਾਂਦੇ ਨੇ। ਐਂਡ ਹਾਈ ਕੋਰਟ ਦੇ ਆਰਡਰ ਨੇ ਉਹ ਵੀ ਸਿੰਗਲ ਬੈਂਚ ਦੇ ਨਹੀਂ ਹੈ, ਡਬਲ ਬੈਂਚ ਦੇ ਆਰਡਰ ਨੇ। ਐਂਡ ਸਕੂਲ ਸੈੱਟ ਅਸਾਈਡ ਕਰ ਰਹੇ ਨੇ, ਮਤਲਬ ਸਿੱਧੀ ਅਣਗੌਲਿਆਂ ਕਰਕੇ ਵਾਇਲੇਸ਼ਨ। ਐਂਡ ਅੱਜ ਵੀ ਬੱਚਿਆਂ ਨੂੰ ਮੈਸੇਜ ਆ ਰਹੇ ਨੇ, ਪੇਰੈਂਟਸ ਨੂੰ ਮੈਸੇਜ ਜਿਹੜੇ ਆ ਰਹੇ ਨੇ ਕਿ ਠੀਕ ਹੈ ਅਸੀਂ ਤਾਂ ਸਾਰੇ ਪੈਸੇ ਲਵਾਂਗੇ, ਜਾਂ ਤੁਸੀਂ ਸਾਡੇ ਸਕੂਲ ਆਓ। ਤੇ ਉੱਥੇ ਆਣ ਕੇ ਕਹਿੰਦੇ ਨੇ ਦੇਖੋ ਜੀ ਜੋ ਮਰਜ਼ੀ ਅਸੀਂ ਆਰਡਰ ਦੇਖ ਲਿਆ ਸਭ ਕੁਝ, ਪਰ ਅਸੀਂ ਤਾਂ ਪੂਰੇ ਪੈਸੇ ਲਵਾਂਗੇ। ਦੇਣੇ ਤਾਂ ਠੀਕ ਆ, ਨਹੀਂ ਤਾਂ ਤੁਹਾਡੇ ਬੱਚੇ ਦੀ ਅਸੀਂ ਨਾਮ ਕੱਟਾਂਗੇ ਜਾਂ ਉਹਦੀ ਰਜਿਸਟ੍ਰੇਸ਼ਨ ਫੀਸ ਜਿਹੜੀ ਆ ਬੋਰਡ ਨੂੰ ਨਹੀਂ ਭੇਜਾਂਗੇ। ਤੁਸੀਂ ਇੰਨਾ ਵਿਭਾਗ ਬੋਲਦੇ ਹੋ ਸਾਰਿਆਂ ਦੇ ਬਾਰੇ, ਫੀਸਾਂ ਬਾਰੇ ਜਾਂ ਸਕੂਲਾਂ ਦੇ ਲਈ, ਤੁਹਾਨੂੰ ਇਹਦੇ ਲਈ ਕਦੀ ਕੋਈ ਹਰਜਾਨਾ ਵੀ ਭਰਨਾ ਪਿਆ ਕਿ ਨਹੀਂ? ਦੇਖੋ ਜੀ, ਹਰਜਾਨਾ ਇਸ ਤਰ੍ਹਾਂ ਹੈ ਕਿ ਮੈਨੂੰ ਧਮਕੀਆਂ ਆਉਂਦੀਆਂ ਨੇ, ਰੈਗੂਲਰ ਬੇਸਿਸ 'ਤੇ ਆਉਂਦੀਆਂ ਨੇ, ਠੀਕ ਹੈ। ਐਂਡ ਮੇਰੇ ਨਾਲ ਕੁਛ ਜਿਹੜੇ ਸਕੂਲ ਐਸੋਸੀਏਸ਼ਨ ਜਾਂ ਸਕੂਲਾਂ ਦੇ ਨੁਮਾਇੰਦਿਆਂ ਨੇ ਸਾਡੀ ਚੰਡੀਗੜ੍ਹ ਜਦੋਂ ਹੀਅਰਿੰਗ ਵੀ ਹੁੰਦੀਆਂ ਸੀ, ਕੁਛ ਮੀਟਿੰਗਸ ਵੀ ਹੋਈਆਂ ਜੋ ਗਵਰਨਮੈਂਟ ਨਾਲ, ਉੱਥੇ ਹੱਥੋਂ-ਪਾਈ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ। ਸਭ ਕੁਝ ਹੁੰਦਾ ਜੀ, ਕੀ ਨਹੀਂ ਹੈਗਾ। ਇਹਨਾਂ ਚੀਜ਼ਾਂ ਦਾ ਨੁਕਸਾਨ ਵੀ ਆਪਾਂ ਕੋਈ ਨਾ ਕੋਈ ਤਾਂ ਬੋਲੂਗਾ ਨਾ, ਕਿਸੇ ਨੂੰ ਤਾਂ ਸ਼ੁਰੂਆਤ ਕਰਨੀ ਪਏਗੀ। ਅੱਜ ਇਹਦੇ ਨਾਲ ਹੋਇਆ, ਕੱਲ੍ਹ ਨੂੰ ਮੇਰੇ ਨਾਲ ਵੀ ਹੋ ਸਕਦਾ। ਬਿਲਕੁਲ ਠੀਕ ਹੈ। ਐਂਡ ਮੈਂ ਇੱਥੋਂ ਅਪੀਲ ਕਰਦਾ ਹਾਂ ਸਾਰੇ ਤੁਹਾਡੇ ਇਸ ਚੈਨਲ ਦੇ ਮਾਧਿਅਮ ਰਾਹੀਂ, ਸਾਰੇ ਜਿੰਨੇ ਵੀ ਸਮਾਜ ਸੇਵੀ ਲੋਕ ਨੇ, ਸਮਾਜ ਦੇ ਵਿੱਚ ਲੋਕ ਜਿਨ੍ਹਾਂ ਦੇ ਜਾਗਦੇ ਜ਼ਮੀਰ ਨੇ, ਉਹ ਅੱਗੇ ਆਉਣ। ਸਮਾਜ ਸਾਡਾ ਹੈ, ਸਮਾਜ ਸਾਡੇ ਲਈ ਹੈ, ਸੁਧਾਰ ਸਾਡੇ ਲਈ ਹੋਏਗਾ।
ਸੋ ਕਮਲਦੀਪ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਉਹ ਜਾਣਕਾਰੀ ਦਿੱਤੀ ਜਿਸ ਜਾਣਕਾਰੀ ਦੀ ਅੱਜ ਦੀ ਤਿਥੀ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਸੀ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਰ।